ਬਿਲਗਾ ਦੇ ਆਜ਼ਾਦੀ ਘੁਲਾਟੀਆਂ ਅਤੇ ਪਿੰਡ ਵਿੱਚ ਚੌਧਰੀਆਂ ਦੇ ਨਾਮ ਨਾਲ ਜਾਣੇ ਜਾਂਦੇ ਚੌਧਰੀ ਦਲਜੀਤ ਸਿੰਘ ਬਿਲਗਾ ਨੂੰ ਪਰਿਵਾਰਕ ਲੜਾਈ ਕਰਕੇ ਪ੍ਰੈਸ ਅਤੇ ਮੀਡੀਆ ਦੇ ਸਾਹਮਣੇ ਪੇਸ਼ ਹੋਣਾ ਪਿਆ। ਬਲੂ ਮੂਨ ਬਿਲਗਾ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਦਲਜੀਤ ਸਿੰਘ ਨੇ ਕਿਹਾ ਕਿ ਮੇਰਾ ਵੱਡਾ ਲੜਕਾ ਨਵਤੇਜ ਸਿੰਘ ਮੈਨੂੰ ਅਤੇ ਮੇਰੇ ਛੋਟੇ ਲੜਕੇ ਹਰਤੇਜ ਨੂੰ ਕਾਫੀ ਸਮੇਂ ਤੋਂ ਪਰੇਸ਼ਾਨ ਅਤੇ ਕੁੱਟਮਾਰ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵਤੇਜ ਸਿੰਘ ਨੂੰ ਬਣਦੇ ਹਿੱਸੇ ਤੋਂ ਵੀ ਵੱਧ ਦਿੱਤਾ ਗਿਆ, ਜਿਸ ਦੇ ਗਵਾਹ ਮਾਰਕੀਟ ਕਮੇਟੀ ਬਿਲਗਾ ਦੇ ਸਾਬਕਾ ਚੇਅਰਮੈਨ ਜਸਜੀਤ ਸਿੰਘ ਸਨੀ ਅਤੇ ਮਾਸਟਰ ਜੋਗਿੰਦਰ ਹਨ। ਪਰ ਇਸ ਦੇ ਬਾਵਜੂਦ ਵੀ ਇਸਨੇ ਲੜਾਈ ਝਗੜਾ ਬੰਦ ਨਹੀਂ ਕੀਤਾ ਅਤੇ ਮੇਰਾ ਚੂੜਾ ਤੋੜ ਦਿੱਤਾ ਅਤੇ ਹਰਤੇਜ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ, ਜਿਸ ਦੀ MLR ਕੱਟੀ ਗਈ ਹੈ, ਪਰ ਪੁਲਿਸ ਨੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਹ ਧਮਕੀਆਂ ਦਿੰਦਾ ਹੈ ਕਿ ਤੁਸੀਂ ਮੇਰਾ ਕੁਝ ਨਹੀਂ ਵਿਗਾੜ ਸਕਦੇ। ਮੈਂ ਜਗਬੀਰ ਸਿੰਘ ਬਰਾੜ ਦੇ PA ਗੁਰਮੀਤ ਸਿੰਘ ਨੂੰ ਪੈਸੇ ਤੇ ਗਿਫਟ ਦੇ ਕੇ ਕੰਮ ਕਰਵਾਉਂਦਾ ਹਾਂ। ਦਲਜੀਤ ਸਿੰਘ ਨੇ ਕਿਹਾ ਕਿ ਨਵਤੇਜ ਸਾਨੂੰ ਸਹੀ ਢੰਗ ਨਾਲ ਖੇਤੀ ਵੀ ਨਹੀਂ ਕਰਨ ਦਿੰਦਾ। ਉਹ ਮੋਟਰਾਂ ਨੂੰ ਜਿੰਦੇ ਲਾ ਸੁੱਟਦਾ ਹੈ ਤੇ ਲੇਬਰਾਂ ਨੂੰ ਕੁੱਟਮਾਰ ਕਰਕੇ ਭਜਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਤੋਂ ਡਰਦੇ ਘਰ ਵੀ ਨਹੀਂ ਜਾ ਸਕਦੇ, ਜਾਂਦੇ ਹਾਂ ਤਾਂ ਕੁੱਟਮਾਰ ਕਰਦਾ ਹੈ। ਇਸ ਕਰਕੇ ਅਸੀਂ ਜਲੰਧਰ ਦੇ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰ ਰਹੇ ਹਾਂ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਨੂੰ ਸੁਰੱਖਿਆ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮੈਨੂੰ ਜਾਂ ਹਰਤੇਜ ਨੂੰ ਅਤੇ ਉਸ ਦੇ ਪਰਿਵਾਰ ਨੂੰ ਕੁਝ ਵੀ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਨਵਤੇਜ ਹੋਵੇਗਾ। ਕਿਉਂਕਿ ਮੈਂ ਇੱਦਾਂ ਸਮਝਿਆ ਮੇਰੇ 'ਚ ਕੰਮ ਸੀ, ਮੈਂ ਵੀ ਉਹਨੂੰ ਚੈਲੰਜ ਕੀਤਾ, ਮੈਨੂੰ ਵੀ ਹੋਏਗਾ। ਹੁਣ ਮੈਨੂੰ ਥ੍ਰੈਟ ਕਰ ਦਿੱਤਾ, ਕਹਿੰਦਾ ਮੈਂ ਉਹਨਾਂ ਦੀ ਮੋਟਰਾਂ ਬੰਦ ਕਰਦਾ, ਤੁਸੀਂ ਉਹਨਾਂ ਦੇ ਸਾਥ ਸੋ, ਜੇ ਤੁਹਾਡੇ ਸਹਿਮਤ ਹੈ ਤੁਸੀਂ ਵੀ ਆਓ। ਮੈਂ ਹੈਰਾਨ, ਮੈਂ ਆਪਣੇ ਨਾਲ ਦੇ ਸਾਥ ਨੂੰ ਫੋਨ ਕੀਤਾ, ਮੈਂ ਕਿਹਾ ਆਓ ਯਾਰ, ਇਹ ਤਾਂ ਮੇਰੀ ਵੀ ਬੇਇੱਜ਼ਤੀ ਕੀਤੀ, ਆਪਾਂ ਕਾਹਦੇ ਸਾਲਸ ਆ, ਇਹ ਤਾਂ ਆਪਣੀ ਹੱਦ ਤੱਕ ਹੈ। ਉਹ ਬੰਦਾ ਕਹਿੰਦਾ ਮਾਸੀ ਤੁਸੀਂ ਠੀਕ ਬੋਲਦੇ ਹੋ, ਪਰ ਮੈਂ ਸਾਹਮਣੇ ਜਾ ਕੇ ਨਹੀਂ ਬੋਲ ਸਕਦਾ। ਫਿਰ ਮੈਂ ਕਿਹਾ ਬਈ ਠੀਕ ਆ, ਤੁਹਾਡਾ ਖੂਨੀ ਸੰਬੰਧ ਹੈ, ਇਹ ਬੰਦੇ ਨੇ ਮੈਨੂੰ ਚੈਲੰਜ ਕੀਤਾ, ਮੈਂ ਇਹਨੂੰ ਚੈਲੰਜ ਕਰਦਾ। ਫਿਰ ਮੈਂ ਪਿੰਡ 'ਚ 24 ਘੰਟੇ ਰੱਖਾ, ਮੈਨੂੰ ਤੁਸੀਂ ਹੁਣ ਵਿਦਨ ਦਾ ਆਪਣੀ ਗੱਲਬਾਤ ਆ ਆਪਣੇ ਇੱਕ ਮਿੰਟ ਲਈ, ਜੋ ਕਿ ਤੁਸੀਂ ਮੇਰੇ ਛੋਟੀ ਵੀਰ ਵੀ ਲੱਗਦੇ ਹੋ, ਬੱਚੇ ਵਰਗੇ ਹੋ। ਉਹਨੇ ਤਾਂ ਮੈਨੂੰ ਵੀ ਥ੍ਰੈਟ ਕਰ ਦਿੱਤਾ ਇੱਕ ਵਾਰੀ। ਮੈਂ ਦਲਜੀਤ ਸਿੰਘ ਪਿੰਡ ਬਿਲਗਾ ਪੱਤੀ ਭੋਜਾ ਦਾ ਵਸਨੀਕ ਹਾਂ। ਮੇਰੀ ਇਹ ਦਾਸਤਾਨ ਹੈ ਕਿ ਮੈਂ ਆਪਣੇ ਵੱਡੇ ਲੜਕੇ ਨਵਤੇਜ ਸਿੰਘ ਉਸ ਤੋਂ ਬਹੁਤ ਦੁਖੀ ਹਾਂ। ਉਹ ਮੈਨੂੰ ਕਈ ਸਾਲਾਂ ਤੋਂ ਮੇਰੀ ਕੁੱਟਮਾਰ ਕਰ ਰਿਹਾ ਹੈ। ਉਸਨੇ 14/8/2013 ਨੂੰ ਮੇਰਾ ਸੱਜਾ ਚੂੜਾ ਤੋੜਿਆ। ਉਸ ਦਾ ਮੈਂ ਇਲਾਜ ਕਮਲ ਹਸਪੀਟਲ ਨਕੋਦਰ ਤੋਂ ਕਰਾਇਆ। ਇਹ ਮੇਰੀ ਖਬਰ ਤੱਕ ਲੈਣ ਨਹੀਂ ਗਿਆ। ਇਸ ਤੋਂ ਬਾਅਦ ਮੈਂ ਪ੍ਰੋਸਟੇਟ ਇਨਲਾਰਜਮੈਂਟ ਦਾ ਆਪਰੇਸ਼ਨ ਕਰਾਇਆ, ਉਹ ਵੀ ਕਦੇ ਨਹੀਂ ਜਾ ਕੇ ਖੜਾ ਨਹੀਂ ਹੋਇਆ। ਉਹ ਮੇਰਾ ਪਿਛਲੇ ਸਾਲ ਝੋਨੇ ਦੇ 8 ਏਕੜ ਝੋਨਾ ਫੋਰਸੀਬਲੀ ਵੱਢ ਕੇ ਲੈ ਗਿਆ। ਉਹ ਜਾ ਕੇ ਨੂਰਵੈਲ ਵੇਚਿਆ। ਜਦੋਂ ਕਿ ਸਾਡਾ ਆੜ੍ਹਤ ਗਿਆ ਲਾਲਾ ਕਾਂਸ਼ੀਰਾਮ ਪਿੰਡ ਬਿਲਗਾ ਦਾ ਹੈ 40 ਸਾਲ ਤੋਂ, ਇਹਨੇ ਉਸ ਚੋਰੀ ਵੇਚ ਕੇ ਸਾਰੇ ਪੈਸੇ ਹੜਪ ਲਏ। ਮੇਰਾ ਖਾਦ ਅਤੇ ਬੀਜ ਕਣਕ ਦਾ ਲਿਆ ਕੇ ਰੱਖਿਆ ਸੀ, ਉਹ ਸਾਰਾ ਫੋਰਸੀਬਲੀ ਜਾ ਕੇ ਆਪਣੇ ਤੌਰ 'ਤੇ ਆਪਣਾ ਬਣਾ ਕੇ ਵੇਚਿਆ। ਜਦੋਂ ਕਿ ਮੈਂ ਉਹਨੂੰ ਮੁੱਲ ਖਰੀਦ ਕੇ ਲਿਆ ਸੀ, ਉਹ 51,000 ਦਾ ਬੀਜ ਸੀ ਅਤੇ ਖਾਦ ਸੀ। ਉਹ ਜ਼ਬਰਦਸਤੀ ਗਾਲਾਂ ਕੱਢ ਕੇ ਚੱਕ ਕੇ ਲੈ ਗਿਆ। ਗੱਲਬਾਤ ਮੈਨੂੰ ਹੁਣ ਕਈ ਸਾਲ 2-2.5 ਸਾਲ ਤੋਂ ਮੈਨੂੰ ਆਪਣੇ ਘਰ ਨਹੀਂ ਬਣਦਾ। ਉਹ ਘਰ ਮੇਰਾ ਫਾਰਮ ਹਾਊਸ ਆਪਣਾ ਬਣਾਇਆ ਹੋਇਆ ਹੈ, ਉਹ ਪਾਣੀ ਦਾ ਗਾਲਾਂ ਕੱਢਦਾ ਹੈ। ਮੇਰੀ ਧਰਮ ਪਤਨੀ ਨੂੰ ਦੋਏ ਗੋਡੇ ਭੰਨ ਕੇ ਮਾਰ ਦਿੱਤਾ। ਕਦੇ ਇਹ ਕਿਹਾ ਕਿ ਤੂੰ ਤਾਂ ਸਾਰਾ ਸਾਲ ਬਿਮਾਰੀ ਰਹਿਣੀ ਆ, ਤੇਰੇ ਤਾਂ ਥੋੜ੍ਹੇ ਪੈਸੇ ਲੱਗਣੇ ਸਾਰੇ। ਅੰਤ ਵਿੱਚ ਉਹ ਜ਼ਖਮਾਂ ਦੀ ਦਾਬ ਨਾ ਸਹੀ ਹੋਈ, ਅਕਾਲ ਚਲਾਣਾ ਕਰ ਗਈ। ਗੱਲ ਇਹਨੇ
मैनू लिमिट कहता है, मैं लिमिट बना के दो। मैं कहा पढ़िया लिखा है नहीं, तेन लिमिट का की पता। वो मैनू कुट मार के मैं 50 ਲੱਖ की लिमिट बन गया। वो 50 ਲੱਖ रह गए। उस बाद 3-4 महीने बाद 30 ਲੱਖ की होर बनवा ली मेरे को। 40 पे नहीं लगता मैं इन्हूं कुट्टू मारूंगा। वो धंधा ही यह बनाया कुट्टना मारना कम लेना। फिर 80 ਲੱਖ रुपया ब्याज पै गया, 1 करोड़ रुपया बन गया। वो सारी लिमिट मेरे नाम पड़ गई, भी मेरे नाम आया। इस तरह ही पिछले 9 नवंबर कणक बीजी सी। मेरे दरवाजे भन के, शीशे वाले दरवाजे से दरवाजे भन के अंदर आ गया। मेरी दुगड़ी कुड़ी मैं इतने अंकल जी तुसीं पुलिस दे विच कोई रिपोर्ट दित्ती? LSR रही आ, वो मेरे को मैं छोड़े बेटा हरतेज सिंह इन्हूं भी इन्ना तंग करदा इस धर्मपत्नी नूं। मैं दस अपने अखां नाल देख के दस नहीं सकदा। मैं हरतेज सिंह नूं मजबूर किया। मैं कहा बेटा कर छड़ दे। मैं जलंधर लैके गया। उस 300 किराए मकान तेरे हाल था। 15-16 कमरे वाला मेरा अपना बड़ा घर। मैं उसे बड़े हक नहीं कदे बराता ना रहता, कदे किसी ना रहता, कदे मेरे कुछ नहीं बिगड़ सकता। जो वीर बड़ा था वो पहली ना रहा है। साढ़ा घर दलिद्र बने बात नहीं हुई है। बहुत कुटमार से मेरा हार गया। कुट के मेरा इस वे मैं इन्ना दरिद्र फसया कुछ कहने की गल नहीं। मेरी धर्मपत्नी ने कहा तू तो सारा साल मार जाना, चल कहता तेन मारदा मैं। गोडे फंसे हुए हर राखी साढ़े कम गई रोटी पानी ऐसे खड़ी होनी है। उन्हें इन्ना तंग करता गाना कड्ढा। और सब ये 9 से की करके रोटी कोई रिपोर्ट दित्ती है पुलिस हाँ बहुत वोट SSP आके फरोज की थी। किसी ने कुछ नहीं किया। ये कहता मुरे कहता मेरा हैगा जो वीर प्राण कुछ नहीं कर सकता। होया वीर ने अच्छा जी हाँ जी SSP जाके पर्सनली अप्रोच किया उन्होंने। पुलिस वाले पुलिस रिपोर्टां पुछो कितनियां पुलिस रिपोर्टां हुण तक हो चुकियां? रिपोर्टां सारियां है 5-6-7 होणगियां सारियां सारी केस दर्ज होया है हजे ते कोई है। पुलिस ने कोई ਤੁਹਾਡੇ ਹੱਕ 'ਚ ਕੋਈ ਇਨਸਾਫ ਦੇਣ ਲਈ ਕਾਨੂੰਨੀ ਕਾਰਵਾਈ ਕੀਤੀ ਕੋਈ? ਮਾਂ ਪੇ ਕਿਹੜੇ ਜੀ ਨਹੀਂ ਪੁਲਿਸ ਨੇ ਤੁਹਾਨੂੰ ਇਨਸਾਫ ਦਿਵਾਉਣ ਲਈ ਕੋਈ ਕਾਨੂੰਨੀ ਨਾ ਕਾਰਵਾਈ ਬਿਲਕੁਲ ਕੀਤੀ? ਬਿਲਕੁਲ ਨਹੀਂ ਕੀਤੀ। ਅਸੀਂ ਮੈਂ ਕਹਿੰਦਾ ਮੈਂ 5-7 ਵਾਰੀ ਆਇਆ। ਇੱਕ ਵਾਰੀ ਮਾਸਟਰ ਆਪਣੇ ਪਰਸ਼ੋਤਪੁਰ ਵਾਲੇ ਉੱਥੇ ਸੀ। ਇਹਨਾਂ ਨੇ ਵੀ ਸਾਰੀ ਨਰੇਟ ਕੀਤੀ ਸਾਰੀ ਕਹਾਣੀ ਵੀ ਇੰਨਾ ਜ਼ਬਰਦਸਤੀ ਇਹ ਹੋ ਰਿਹਾ। ਇਹ ਉੱਥੇ ਸੀਗੇ। ਤੁਹਾਡੇ ਘਰ ਦੀ ਕੋਈ ਵੰਡ ਵੀ ਹੋਈ, ਤੁਸੀਂ ਉਹਨੂੰ ਅਲੱਗ ਵੀ ਕੀਤਾ? ਹੋ ਜੀ ਤੁਹਾਡੇ ਘਰ ਦੀ ਕੋਈ ਵੰਡ ਹੋਈ, ਉਹਨੂੰ ਅਲੱਗ ਕੀਤਾ, ਕੁਛ ਉਹਨੂੰ ਦਿੱਤਾ ਹਾਂ ਤੁਸੀਂ? ਹਾਂ ਬਿਲਕੁਲ ਦਿੱਤਾ ਉਹਨੂੰ। ਬਹੁਤ ਦਿੱਤਾ ਜਿੰਨਾ ਉਹਦਾ ਬਣਦਾ ਸੀ ਉਹ ਬਹੁਤ ਦਿੱਤਾ ਉਹਨੂੰ। ਇੱਕ 10 ਕਨਾਲ ਦਾ ਪਲਾਟ ਸੀ ਉਹ ਮੁੱਲ ਖਰੀਦਿਆ ਸੀ। 30 ਕਨਾਲ ਦਾ ਖਰੀਦਿਆ ਸੀਗਾ। ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਬਿਲਗਾ, ਜੋ ਕਿ ਮੇਰਾ ਵੱਡਾ ਭਰਾ ਨਵਤੇਜ ਸਿੰਘ, ਜਿਸ ਨਾਲ ਕਿ ਸਾਡੀ ਜ਼ਮੀਨ ਜਾਇਦਾਦ ਦੀ ਵੰਡ ਜਸਜੀਤ ਸਿੰਘ ਸਨੀ ਸਾਬਕਾ ਸਰਪੰਚ ਪਿੰਡ ਬਿਲਗਾ ਅਤੇ ਮਾਸਟਰ ਜੋਗਿੰਦਰ ਸਿੰਘ ਪੱਤੀ ਮਹਿਣਾ 2 ਸਾਲਸਾਂ ਦੀ ਹਾਜ਼ਰੀ ਵਿੱਚ 500 ਦੇ 2 ਸਟਾਂਪ ਲਗਾ ਕੇ ਵਸੀਕਾ ਨਵੀਸ ਦੇ ਰਜਿਸਟਰ ਵਿੱਚ ਕਾਨੂੰਨੀ ਤੌਰ 'ਤੇ ਚੜ੍ਹ ਚੁੱਕੇ ਹਨ। ਔਰ ਇਹ ਸਭ ਹੋਣ ਦੇ ਬਾਵਜੂਦ ਨਵਤੇਜ ਸਿੰਘ ਧੱਕੇਸ਼ਾਹੀ ਕਰ ਰਿਹਾ ਹੈ ਔਰ ਮੈਨੂੰ ਔਰ ਮੇਰੇ ਪਿਤਾ ਜੀ ਨੂੰ ਘਰ ਨਹੀਂ ਬਣ ਦੇ ਰਿਹਾ। ਔਰ ਮੇਰੇ ਪਿਤਾ ਜੀ ਦਾ ਕਿਡਨੀ ਹਸਪਤਾਲ ਜਲੰਧਰ ਤੋਂ ਇਲਾਜ ਚੱਲ ਰਿਹਾ ਹੈ। ਜਦ ਕਦੇ ਵੀ ਅਸੀਂ ਘਰ ਆਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਆਉਂਦੇ ਹਾਂ ਤਾਂ ਸਾਡੀ ਕੁੱਟਮਾਰ ਕਰਕੇ ਸਾਨੂੰ ਘਰ ਤੋਂ ਬਾਹਰ ਕਰ ਦਿੰਦਾ ਹੈ। ਹੁਣ ਪਿਛਲੇ ਦਿਨੀ 8/8/20 ਨੂੰ ਜਗਜੀਤ ਸਿੰਘ ਸਨੀ ਸਰਪੰਚ ਔਰ ਮਾਸਟਰ ਜੋਗਿੰਦਰ ਸਿੰਘ ਦੀ ਪੱਤੀ ਮਹਿਣਾ ਦੇ ਕਹਿਣ 'ਤੇ ਮੈਂ ਆਪਣੇ ਘਰ ਆਇਆ ਔਰ ਉਸ ਤੋਂ ਤਕਰੀਬਨ 2-3 ਘੰਟੇ ਬਾਅਦ ਉਸਨੇ ਮਾਸਟਰ ਜੋਗਿੰਦਰ ਸਿੰਘ ਔਰ ਜਗਜੀਤ ਸਿੰਘ ਸਨੀ ਸਰਪੰਚ ਦੀ ਮੌਜੂਦਗੀ ਵਿੱਚ ਮੇਰੀ ਲੱਤ 'ਤੇ ਕਿਰਪਾਨ ਨਾਲ ਜ਼ੋਰਦਾਰ ਹਮਲਾ ਕਰ ਦਿੱਤਾ, ਜਿਸ ਦਾ ਮਾਸਟਰ ਜੋਗਿੰਦਰ ਸਿੰਘ ਔਰ ਸਾਡੇ ਕੰਮਕਾਜ ਕਰਨ ਵਾਲੀ ਲੜਕੀ ਸ਼ੀਰੀ ਨੇ
ਅੱਗੇ ਹੋ ਕੇ ਬਚਾਅ ਕੀਤਾ। ਮੈਂ ਆਪਣਾ ਬਚਾਅ ਖੁਦ ਇਸ ਲਈ ਨਹੀਂ ਕਰ ਸਕਿਆ ਕਿਉਂਕਿ ਮੇਰੀ ਨਿਗਾਹ ਦੀ ਬਹੁਤ ਵੱਡੀ ਪ੍ਰੋਬਲਮ ਹੈ। ਇਸ ਕਰਕੇ ਮੈਂ ਆਪਣੇ ਕਮਰੇ ਵਿੱਚ ਜਾ ਕੇ ਪੈ ਗਿਆ ਔਰ ਮਾਸਟਰ ਜੋਗਿੰਦਰ ਸਿੰਘ ਜੀ ਔਰ ਜਗਜੀਤ ਸਿੰਘ ਸਨੀ ਸਾਬਕਾ ਸਰਪੰਚ ਉਸ ਦੀ ਇਹ ਕਾਰਵਾਈ ਦੇਖ ਕੇ ਬਾਈਕਾਟ ਕਰਕੇ ਉੱਥੋਂ ਚਲੇ ਗਏ। ਉਸ ਤੋਂ ਬਾਅਦ ਫਿਰ ਉਸਨੇ 10/8/20 ਨੂੰ ਸਵੇਰੇ ਲਗਭਗ 8 ਵਜੇ ਮੇਰੇ ਕਮਰੇ ਦੀ ਕੁੰਡੀ ਤੋੜ ਕੇ, ਜਦੋਂ ਕਿ ਮੈਂ ਅੱਖ ਦੇ ਆਪਰੇਸ਼ਨ ਕਰਵਾਇਆ ਹੋਇਆ ਹੈ, ਪਿਆ ਹੋਇਆ ਸੀ, ਉਸਨੇ ਕੁੰਡੀ ਤੋੜ ਕੇ ਜ਼ਬਰਦਸਤੀ ਮੇਰੀ ਅੱਖ 'ਤੇ ਸਿੱਧੇ ਆ ਕੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਮੈਨੂੰ ਕੁਛ ਇੱਕਦਮ ਸਮਝ ਨਹੀਂ ਆਈ ਅਤੇ ਉਸ ਤੋਂ ਬਾਅਦ ਉਸਨੇ ਮੇਰੇ ਸਰੀਰ 'ਤੇ ਸਾਰੇ ਸਿਰ 'ਤੇ ਮੁੱਕੇ ਮਾਰ ਕੇ ਮੇਰੀ ਬੁਰੀ ਹਾਲਤ ਕਰ ਦਿੱਤੀ। ਮੇਰਾ ਰੌਲਾ ਰੱਪਾ ਸੁਣ ਕੇ ਸਾਡੇ ਆਸ-ਪਾਸ ਦੇ ਗੁਆਂਢ ਦੇ ਲੋਕ ਮੈਨੂੰ ਉਸ ਤੋਂ ਨਵਤੇਜ ਸਿੰਘ ਤੋਂ ਛੁਡਵਾ ਕੇ ਆਪਣੇ ਘਰ ਲੈ ਗਏ। ਉਸ ਤੋਂ ਬਾਅਦ ਮੇਰੇ ਕੰਮਕਾਜ ਕਰਨ ਵਾਲੇ ਜੋਗਿੰਦਰ ਸਿੰਘ ਮੁਨਸੀ ਨੂੰ ਉਹਨਾਂ ਨੇ ਸੁਨੇਹਾ ਭੇਜ ਕੇ ਬੁਲਾਇਆ ਅਤੇ ਮੈਨੂੰ ਹਸਪਤਾਲ ਤੱਕ ਪਹੁੰਚਾਉਣ ਵਿੱਚ ਮੇਰੀ ਮਦਦ ਕੀਤੀ। ਅਤੇ ਇੱਥੇ ਮੇਰੀ ਨਾਜ਼ੁਕ ਹਾਲਤ ਦੇਖ ਕੇ ਮੈਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ, ਜਿਸ ਦੀ MLR ਕੱਟ ਕੇ ਪੁਲਿਸ ਸਟੇਸ਼ਨ ਬਿਲਗਾ ਸਾਰੀਆਂ ਰਿਪੋਰਟਸ ਆ ਚੁੱਕੀਆਂ ਹਨ। ਪਰ ਹੁਣ ਸਭ ਤੋਂ ਜੋ ਵੱਡੀ ਗੱਲ ਹੈ, ਇਸ ਤੋਂ ਪਹਿਲਾਂ ਵੀ ਇਹ ਕਈ ਵਾਰ ਹਮਲਾ ਕਰ ਚੁੱਕਾ ਹੈ। ਪੁਲਿਸ ਨੇ ਇੰਨੇ ਦਿਨ ਹੋਣ ਦੇ ਬਾਵਜੂਦ ਅਜੇ ਤੱਕ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਔਰ ਉਹ ਕਹਿ ਰਿਹਾ ਹੈ, ਧਮਕੀ ਦੇ ਰਿਹਾ ਹੈ ਕਿ ਇਹ ਕਾਰਵਾਈ ਹੋਣੀ ਵੀ ਨਹੀਂ ਹੈ ਕਿਉਂਕਿ ਜਗਮੀਤ ਸਿੰਘ ਬਰਾੜ, ਜਿਸ ਦਾ PA ਗੁਰਮੀਤ ਸਿੰਘ, ਜਿਸ ਨੂੰ ਕਿ ਮੈਂ ਪੈਸੇ ਦੇ ਰਿਹਾ ਹਾਂ ਔਰ ਮਹਿੰਗੇ ਗਿਫਟ ਦਿੰਦਾ ਹਾਂ, ਉਸ ਤੋਂ ਮੈਂ ਮਨ ਚਾਹਿਆ ਕੰਮ ਕਰਵਾਉਂਦਾ ਹਾਂ। ਮੇਰੀ ਸਰਕਾਰ ਹੈ, ਤੁਸੀਂ ਮੇਰਾ ਕੁਝ ਵਿਗਾੜ ਵੀ ਨਹੀਂ ਸਕਦੇ ਔਰ ਹੋ ਵੀ ਇਹ ਰਿਹਾ ਹੈ। ਜੋ ਪੁਲਿਸ ਪ੍ਰਸ਼ਾਸਨ ਹੈ ਉਹ ਪੂਰੇ ਸਿਆਸੀ ਦਬਾਅ ਅਧੀਨ ਕੰਮ ਕਰ ਰਿਹਾ ਹੈ ਔਰ ਉਹ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਕਈ ਵਾਰ ਸਾਨੂੰ ਗਾਲਾਂ ਵੀ ਕੱਢ ਚੁੱਕਾ ਹੈ। ਬਸ ਪੁਲਿਸ ਪ੍ਰਸ਼ਾਸਨ ਉਸ ਦੇ ਅੱਗੇ ਬੇਬਸ ਨਜ਼ਰ ਆ ਰਿਹਾ ਹੈ। ਹੁਣ ਮੇਰੀ ਪ੍ਰਸ਼ਾਸਨ ਨੂੰ ਜਾਂ ਜੋ ਮੈਂ ਦੁਖੀ ਹੋ ਕੇ ਪ੍ਰੈਸ ਰਿਪੋਰਟ, ਪ੍ਰੈਸ ਮੀਡੀਆ, ਪ੍ਰਿੰਟ ਮੀਡੀਆ ਦੇ ਅੱਗੇ ਬਹੁਤ ਦੁਖੀ ਮਨ ਨਾਲ ਹਾਜ਼ਰ ਹੋਇਆ ਹਾਂ ਔਰ ਜੋ ਮੇਰੇ ਕੰਮਕਾਜ ਪਰ ਕਰਨ ਵਾਲੇ ਸਾਥੀ ਹਨ ਉਹਨਾਂ ਨੂੰ ਵੀ ਗਾਲਾਂ, ਉਹਨਾਂ ਦੀਆਂ ਮਾਵਾਂ ਭੈਣਾਂ ਨੂੰ ਵੀ ਗਾਲਾਂ, ਕੰਮਕਾਜ ਕਰਨ ਵਾਲੀ ਲੜਕੀ ਉਹਨਾਂ ਨੂੰ ਵੀ ਗਾਲਾਂ ਔਰ ਗਗਨ ਟਹਿਰਾ ਵਾਲਾ ਮੇਰੇ ਕੇਕ ਬਣਾਉਣ ਗਿਆ ਸੀ, ਉਸ ਨਾਲ ਵੀ ਕੁੱਟਮਾਰ ਕਰਕੇ ਸਭ ਨੂੰ ਭਜਾ ਦਿੱਤਾ। ਅਤੇ ਹੁਣ ਉਸਨੇ ਮੇਰੀ ਤਕਰੀਬਨ 10 ਤਰੀਕ ਤੋਂ ਮੋਟਰਾਂ ਅਤੇ ਨਹਿਰ ਦਾ ਪਾਣੀ ਬੰਦ ਕੀਤਾ ਹੋਇਆ ਹੈ ਔਰ ਮੇਰੀ ਝੋਨੇ ਦੀ ਫਸਲ ਸੁੱਕ ਗਈ ਹੈ, ਜੋ ਕਿ ਪ੍ਰਿੰਟ ਮੀਡੀਆ ਜਾਂ ਕੋਈ ਵੀ ਹੋਰ ਜਾ ਕੇ ਸੱਜਣ ਮੋਹਤਵਰ ਬਿਲਗੇ ਦਾ ਦੇ ਮੌਕੇ 'ਤੇ ਦੇਖ ਸਕਦਾ। ਹੁਣ ਇਸ ਤੋਂ ਬਾਅਦ ਮੈਂ ਕੀ ਇਨਸਾਫ ਦੀ ਮੰਗ ਰੱਖ ਸਕਦਾ ਹਾਂ। ਅਗਰ ਪੁਲਿਸ ਪ੍ਰਸ਼ਾਸਨ ਕੋਈ ਮੇਰੀ ਆਪਣੇ ਸਹਿਯੋਗ ਨਹੀਂ ਕਰੇਗਾ ਜਾਂ ਕੋਈ ਮੇਰਾ ਨੁਕਸਾਨ ਹੋਇਆ ਜਾਂ ਕੋਈ ਮੇਰੇ ਪਰਿਵਾਰ ਦਾ ਨੁਕਸਾਨ ਹੋਇਆ, ਸਿੱਧੇ ਤੌਰ 'ਤੇ ਨਵਤੇਜ ਸਿੰਘ ਜਾਂ ਉਸਦੇ ਸਾਥੀ ਜਾਂ ਜਿਸ ਤਰ੍ਹਾਂ ਕਿ ਉਹ ਕਹਿ ਰਿਹਾ ਹੈ ਕਿ ਬਰਾੜ ਸਾਹਿਬ ਦਾ PA ਗੁਰਮੀਤ ਸਿੰਘ ਮੇਰੀ ਮਦਦ ਕਰ ਰਿਹਾ ਹੈ, ਉਹ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ ਔਰ ਮੈਂ ਇਸ ਗੱਲ ਲਈ ਹਾਈ ਕੋਰਟ ਤੱਕ ਵੀ ਜਾਣ ਲਈ ਮਜਬੂਰ ਹੋਵਾਂਗਾ। ਧੰਨਵਾਦ। ਪਤਨੀ ਹਰਤੇਜ ਸਿੰਘ, ਜੋ ਕਿ ਇਹਨਾਂ ਦਾ ਵੱਡਾ ਭਰਾ ਨਵਤੇਜ ਸਿੰਘ, ਇਹਨਾਂ ਦੀ ਅੱਖਾਂ ਦੀ ਰੋਸ਼ਨੀ ਨਾ ਹੋਣ ਕਾਰਨ ਇਹਨਾਂ ਨਾਲ ਕਾਫੀ ਕੁੱਟਮਾਰ ਔਰ ਧੱਕੇਸ਼ਾਹੀ ਕਰਦਾ ਹੈ ਔਰ ਕਈ ਵਾਰ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਵੀ ਗਏ, ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਹੁਣ ਅਗਰ ਮੇਰਾ ਜਾਂ ਮੇਰੇ ਕਿਸੇ ਪਰਿਵਾਰ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਵੇਗਾ, ਇਸ ਦੇ ਜ਼ਿੰਮੇਵਾਰ ਨਵਤੇਜ ਸਿੰਘ ਅਤੇ ਉਸ ਦੇ ਸਾਥੀ ਹੋਣਗੇ। ਤੇ ਤੁਹਾਡੇ ਬੱਚੇ ਕਿੱਥੇ ਰਹਿੰਦੇ ਹੋਣੇ ਸੀ? ਬੱਚੇ ਜਲੰਧਰ ਰਹਿ ਰਹੇ। ਜਲੰਧਰ ਅਸੀਂ ਕਿਰਾਏ ਦੇ ਮਕਾਨ ਵਿੱਚ ਤੁਸੀਂ ਤੇ ਮਿਲ ਕੇ ਕਿਉਂ ਨਹੀਂ ਰਹਿੰਦੇ ਫਿਰ? ਮਿਲ ਕੇ ਗਾਲੀ ਗਲੋਚ ਕਰਦਾ, ਘਰ ਨਹੀਂ ਵੜਨ ਦੇ ਰਿਹਾ, ਇਸ ਲਈ ਅਸੀਂ ਜਲੰਧਰ ਰਹਿੰਦੇ ਹਾਂ ਔਰ ਡੈਡੀ ਔਰ ਮੇਰੇ ਪਤੀ ਸਾਰੀ ਅਸੀਂ ਫੈਮਿਲੀ ਜਲੰਧਰ ਰਹਿੰਦੇ। ਉਹ ਕਹਿੰਦਾ ਇੱਥੇ ਰਹਿੰਦਾ ਮਿਲ ਕੇ। ਤੁਹਾਨੂੰ ਘਰ ਕਿੰਨੀ ਦੇਰ ਤੋਂ ਜਲੰਧਰ ਰਹਿੰਦੇ ਤੁਸੀਂ? ਅਸੀਂ 3-4 ਸਾਲ ਤੋਂ ਜਲੰਧਰ ਰਹੇ, 4 ਸਾਲ ਤੋਂ। ਪਹਿਲਾਂ ਥੋੜਾ ਝਗੜਾ ਹੁੰਦਾ ਸੀ, ਫਿਰ ਗਾਲੀ ਗਲੋਚ ਜ਼ਿਆਦਾ ਕਰਨ ਲੱਗ ਗਿਆ ਔਰ 2018 ਵਿੱਚ ਮੇਰੇ ਪਤੀ ਦੀ ਅੱਖਾਂ ਦੀ ਰੋਸ਼ਨੀ ਚਲੇ ਗਈ। ਉਸ ਤੋਂ ਬਾਅਦ ਵਿੱਚ ਉਸਨੇ ਕਾਫੀ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਔਰ ਹੁਣ ਸਾਨੂੰ ਘਰ ਨਹੀਂ ਬਣਦੇ ਗਿਆ। ਸੋਹਰਾ ਜੇ ਤੁਹਾਡੀ ਸੱਸ ਤੁਹਾਡੇ ਨਾਲ ਰਹਿੰਦੀ ਹੈ ਜਾਂ ਉੱਥੇ ਰਹਿੰਦੀ ਵੱਖਰੇ ਹੀ? ਨਹੀਂ ਜੀ, ਸਹੁਰਾ ਮੇਰੇ ਨਾਲ ਰਹਿ ਰਹੇ। ਹੁਣ 6 ਮਹੀਨਿਆਂ ਤੋਂ ਉਹਨਾਂ ਨੂੰ ਵੀ ਘਰ ਤੋਂ ਬਾਹਰ ਕੱਢਿਆ ਹੋਇਆ। ਜਲੰਧਰ ਤੁਹਾਡੇ ਵੇਲੇ? ਹਾਂਜੀ, ਜਲੰਧਰ ਰਹਿ ਰਹੇ ਔਰ ਅਸੀਂ ਕਾਫੀ ਜ਼ਿਆਦਾ ਪਰੇਸ਼ਾਨ ਹਾਂ। ਪੁਲਿਸ ਪ੍ਰਸ਼ਾਸਨ ਕੋਈ ਕੁਛ ਵੀ ਕਾਰਵਾਈ ਨਹੀਂ ਕਰ ਰਹੀ ਔਰ ਹੁਣ ਇਸ ਦਾ ਕੁਛ ਵੀ ਹੋ ਗਿਆ ਜਾਂ ਕੋਈ ਵੀ ਸਾਡਾ ਜਾਨੀ ਨੁਕਸਾਨ ਹੋਵੇਗਾ ਤਾਂ ਇਸ ਦਾ ਜ਼ਿੰਮੇਵਾਰ ਨਵਤੇਜ ਸਿੰਘ ਔਰ ਉਸਦੇ ਸਾਥੀ ਹੋਣਗੇ। ਸਿੰਘ ਪੱਤੀ ਮਹਿਣਾ, ਜੋ ਕਿ ਇਸ ਪਰਿਵਾਰ ਦੇ ਅੰਦਰ ਪ੍ਰਾਪਰਟੀ ਦਾ ਝਗੜਾ ਆ, ਉਸ ਨੂੰ ਨਿਪਟਣ ਦੇ ਲਈ ਮੈਂ ਔਰ ਸਾਬਕਾ ਸਰਪੰਚ ਜਗਜੀਤ ਸਿੰਘ ਸਨੀ ਬੜੇ ਲੰਬੇ ਸਮੇਂ ਤੋਂ ਲਗਭਗ 5-6 ਮਹੀਨੇ ਦੀ ਮਿਹਨਤ ਕਰਕੇ ਇਹ ਅਸੀਂ ਸਮਝੌਤਾ ਕਰਾਇਆ ਔਰ ਸਮਝੌਤਾ ਜਦੋਂ ਅਸੀਂ ਲਾਗੂ ਕੀਤਾ, ਲਾਗੂ ਕਰਨ ਦੇ ਵਿੱਚ ਅਸੀਂ ਜਦੋਂ ਉਹਦਾ ਇੱਕ ਪਾਰਟ ਲਾਗੂ ਕਰ ਦਿੰਦੇ ਹਾਂ, ਨਵਤੇਜ ਸਿੰਘ ਕੋਈ ਇੱਕ ਹੋਰ ਲੰਮੀ ਮੰਗ ਰੱਖ ਦਿੰਦਾ ਇਹਨਾਂ ਕੋਲ ਲੈਣ ਦੇ ਲਈ
ਅਸੀਂ ਕਾਫੀ 2 ਮਹੀਨਿਆਂ ਤੋਂ ਇਸ ਤਰ੍ਹਾਂ ਦਾ ਕਰਦੇ ਸਾਲ ਸਰੀਤ ਨੇ ਤੰਗ ਆਇਆ ਵੀ ਇੱਕ ਤਰ੍ਹਾਂ ਨਾਲ ਅਸੀਂ ਬੇਵੱਸ ਹੋ ਗਏ, ਕਿਉਂਕਿ ਬੜੀ ਦੂਰ ਦੂਰ ਤੱਕ ਗੁਹਾਰ ਲਾਈ ਇਹਨਾਂ ਲੋਕਾਂ ਨੇ ਵਿਚਾਰਿਆਂ ਨੇ, ਕਿਸੇ ਨੇ ਸੁਣਿਆ ਨਹੀਂ। ਅਤੇ ਸਾਲਸਾਂ ਵਾਸਤੇ ਵੀ ਇੱਕ ਤਰ੍ਹਾਂ ਦਾ ਇਸ ਨੂੰ ਅਸੀਂ ਜੋ ਸਮਝੌਤਾ ਇੰਨੀ ਮਿਹਨਤ ਕਰਕੇ ਕੀਤਾ ਹੈ, ਉਹ ਦੂਸਰਾ ਇਹਨਾਂ ਦਾ ਜਿਹੜਾ ਲੜਕਾ ਜਿਸ ਪ੍ਰਤੀ ਇਹ ਅਪਰਾਧ ਗ੍ਰਹਿਣ ਕਰਦੇ ਨੇ, ਉਹ ਧੱਕੇ ਦੇ ਨਾਲ ਇੱਕ ਨਵੀਂ ਚੀਜ਼ ਹੋਰ ਰੱਖ ਦਿੰਦਾ ਕਈ ਮੁੱਦੇ ਵੀ ਇਹ ਮੈਨੂੰ ਹੁਣੇ ਲੈ ਕੇ ਦਿਓ, ਤਦ ਮੈਂ ਅੱਗੇ ਚੱਲਣ ਦਿਆਂਗਾ। ਸੋ ਮੇਰੀ ਸਮਝ ਅਨੁਸਾਰ ਅਸੀਂ ਇਹ ਚਾਹੁੰਦੇ ਸੀ ਵੀ ਇਹ ਕੋਈ ਵੱਡੀ ਪੱਧਰ ਦੇ ਉੱਤੇ ਕੋਈ ਹਾਦਸਾ ਨਾ ਵਾਪਰੇ। ਅਸੀਂ ਕਾਫੀ ਲੋਕਾਂ ਦੇ ਨਾਲ ਪਿੰਡ 'ਚ ਵੀ ਵੈਸੇ ਤਾਂ ਸਲਾਹ ਮਸ਼ਵਰਾ ਕੀਤਾ ਹੈ, ਫਿਰ ਵੀ ਕੁਝ ਸਿਆਸੀ ਅੜਚਣਾਂ ਲੱਗਦੀਆਂ ਨੇ। ਪੁਲਿਸ ਵੀ ਕੋਈ ਬਹੁਤਾ ਵਧੀਆ ਪਾਰਟ ਇਸ ਅਦਾ ਨਹੀਂ ਕਰ ਰਹੀ, ਜਿਸ ਕਰਕੇ ਇਹ ਇਹਨਾਂ ਦੇ ਪਿਤਾ ਜੀ ਜੋ ਕਿ ਬਿਮਾਰੀ ਦੀ ਹਾਲਤ ਵਿੱਚ ਛੋਟਾ ਮੁੰਡਾ ਜਿਹੜਾ ਕਿ ਆਪ 100% ਅਪੰਗਿਆ ਮਜਬੂਰ ਹੋ ਗਏ ਨੇ। ਸੋ ਮੈਂ ਸਾਰਸ ਦੇ ਤੌਰ ਦੇ ਉੱਤੇ ਆਪਣਾ ਘਰ ਸਮਝ ਕੇ, ਕਿਉਂਕਿ ਸਾਡੇ ਗੁਆਂਢੀ ਸੀ, ਇਕੱਠੇ ਬੱਚੇ ਸਾਡੇ ਕੋਲ ਪੜ੍ਹੇ, ਇਹ ਸਮਝ ਕੇ ਮੈਂ ਇਹਦੇ ਵਿੱਚ ਹਿੱਸਾ ਲਿਆ ਅਤੇ ਬਹੁਤ ਹੀ ਵਧੀਆ ਢੰਗ ਦੇ ਨਾਲ। ਸਗੋਂ ਅੱਜ ਉਹਨੂੰ ਜੇ ਭੋਖਿਆ ਜਾਵੇ ਵੱਡੀ ਪੱਧਰ 'ਤੇ, ਤਾਂ ਅਸੀਂ ਨਵਤੇਜ ਨੂੰ ਉਸਦੇ ਪਿਤਾ ਦੇ ਕਹਿਣ ਦੇ ਬਾਵਜੂਦ ਮੇਰੇ ਕਹੇ 'ਤੇ ਮੇਰਾ ਮਾਣ ਕੀਤਾ, ਅਸੀਂ ਉਹਨੂੰ ਵਾਧੂ ਪ੍ਰਾਪਰਟੀ ਦਵਾਈ ਹੋਈ ਹੈ, ਚੈੱਕ ਕੀਤਾ ਜਾ ਸਕਦਾ ਹੈ। ਸੋ ਬੇਨਤੀ ਹੈ ਪ੍ਰਬੰਧ ਅੱਗੇ, ਜੋ ਵੀ ਇਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ, ਕਿਰਪਾ ਕਰਕੇ ਇਸ ਦਾ ਕੋਈ ਨਾ ਕੋਈ ਹੱਲ ਲੱਭਿਆ ਜਾਵੇ, ਤਾਂ ਕਿ ਇਹ ਮਜ਼ਦੂਰ ਜਿਹੜੇ ਲੋਕ ਨੇ, ਜਿਹੜੇ ਵਿਚਾਰੇ ਇੰਡੀਪੈਂਡੈਂਟਲੀ ਘੁੰਮ ਵੀ ਨਹੀਂ ਸਕਦੇ, ਇਹਨਾਂ ਦੀ ਕੋਈ ਮਦਦ ਕੀਤੀ ਜਾਵੇ। ਧੰਨਵਾਦ। मैं इस फैमिली में 14 साल तो काम करती हाँ। तो नवतेज सिंह जो भी लड़ता, जो मर्जी धक्के मार के बाहर कढ़ दिंदा, नहीं तो कमरे में बंद कर दिंदा सीगा। ते भाजी की निगाह करके मिस छड्ड के भी नहीं जाते है, तो अंकल जी बहुत कुटमार करता, तो काम करना भी मुश्किल किया पिया आ। तो हुण जिद्दन हुण 8/8/2020 भी आए भाजी, उस दिन भी उन्हें इन्होंने तलवार नाल हमला किया। तो फिर बाकी होर भी मैंबर सीगे उत्थे काम करने वाले बंदे, पर वो डरते कोई नहीं अगे आया, शायद मैं लड़की होने करके अगे हो गई। तो फिर वो हटिया, नहीं तो इदा बहुत जन के हमले कर चुका। भी मैनू भी कई धमकियां दे चुका भी चमारी नूं ऐ कर दो, चमारी नूं जो कर दे, कुट्टी चमारी, ऐदा बहुत ज़्यादा गालां कढदा जो कि मैं नहीं दस सकती। तो जो भी कल नूं कोई गलबात हुंदी आ ते उह नवतेज सिंह जिम्मेवार होंदा। मैं जगिंदर सिंह मुंशी जो तेज ਦੇ ਕੰਮ ਕਰਦਾ ਹਾਂ, ਇਹਦੇ ਵਿੱਚ ਮੈਨੂੰ ਵੀ ਮਾਰ ਦੀਆਂ ਤਾਂ ਗੰਦੀਆਂ ਗਾਲਾਂ ਕੱਢਦਾ ਹੈ ਕਿ ਤੈਨੂੰ ਮੈਂ ਬਾਹਰ ਬੰਦਿਆਂ ਤੋਂ ਜੇ ਕਰਾ ਦੂੰ, ਉਹ ਕਰਾ ਦੂੰ, ਬਈ ਤੂੰ ਇੱਥੇ ਬੜਿਆ ਤਾਂ ਤੈਨੂੰ ਜਾਨੋਂ ਮਾਰ ਲਓ। ਇਸ ਕਰਕੇ ਮੈਂ ਇਹ ਅਪੀਲ ਕਰਦਾ ਹਾਂ ਵੀ ਭਾਰਤ ਨੂੰ ਮੈਨੂੰ ਕੁਛ ਵੀ ਹੋ ਜਾਵੇ ਜਾਂ ਮੇਰੇ ਪਰਿਵਾਰ ਨੂੰ ਕੋਈ ਨੀਤੀ ਹੁੰਦੀ ਹੈ ਤਾਂ ਨਵਤੇਜ ਜ਼ਿੰਮੇਵਾਰ ਹੋਵੇਗਾ ਔਰ ਉਹਦੇ ਸਾਥੀ ਹੋਣਗੇ। ਤੇਰਾ ਦਾ ਕੰਮ ਕਰਦਾ ਹਾਂ ਨਵਤੇਜ ਸਿੰਘ ਤੇ ਮੈਂ ਕਣਕ ਦੀ ਵਾਹੀ ਕਰਨ ਵਾਸਤੇ ਗਿਆ, ਉੱਥੇ ਮੇਰੇ ਨਾਲ ਹੱਥੋਂ ਪਾਈ ਹੋ ਪਿਆ, ਮੈਨੂੰ ਮਾਰਿਆ ਕੁੱਟਿਆ, ਚਲੋ ਬੜੋ ਬੜਾ ਬਸੀ ਹੋ ਗਿਆ। ਤੇ ਹੁਣ ਉਹ ਧਮਕੀਆਂ ਦੇ ਬਾਵਜੂਦ ਵੀ ਮੇਰਾ ਕੋਈ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਨਵਤੇਜ ਆ। ਤੇ ਉਹਦੇ ਤੁਹਾਨੂੰ ਕੱਲ੍ਹ ਹੀ ਮਾਰਦਾ ਕੁੱਟਦਾ? ਮੈਂ ਵਾਹੀ ਕਰਨ ਗਿਆ ਸੀ। ਕਿਹੜੀ ਵਾਹੀ ਕਰਦੇ ਸੀ? ਇਹ ਰਾਤੇ ਦੇ ਇੱਕ ਵਾਰੀ ਗਿਆ? ਹਾਂਜੀ ਇੱਕ ਵਾਰੀ ਗਿਆ, ਮੁੜ ਕੇ ਨਹੀਂ ਮੈਂ ਗਿਆ। ਠੀਕ ਹੈ। ਮੇਰੀ ਕਮੀਜ਼ ਪਾੜ ਦਿੱਤੀ, ਕੱਪੜੇ ਪਾੜ ਦੇ, 54 ਬੰਦਿਆਂ ਦੇ ਸਾਹਮਣੇ ਹੱਥੋਂ ਪਾਈ ਹੋਇਆ, ਮੈਨੂੰ ਚੰਗਾ ਗਾਲ ਵਾਲੀ ਹੋਇਆ। ਚੌਧਰੀ ਨਵਤੇਜ ਸਿੰਘ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਜੋ ਵੀ ਮੇਰੇ ਤੇ ਇਲਜ਼ਾਮ ਲੱਗੇ ਹਨ, ਇਹ ਸਭ ਬੇਬੁਨਿਆਦ ਹਨ। ਹੋਰ ਖਬਰਾਂ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਕ੍ਰੀਏਟਿਵ ਨਿਊਜ਼ ਪੰਜਾਬੀ ਲਈ ਦਵਿੰਦਰ ਸਿੰਘ ਜੌਹਲ ਦੇ ਨਾਲ ਸਰਪ੍ਰੀਤ ਸਿੰਘ ਜੌਹਲ ਦੀ ਰਿਪੋਰਟ। ਚੌਧਰੀ ਸਾਹਿਬ, ਤੁਹਾਡੇ ਪਿਤਾ ਜੀ ਨੇ ਬਿਲਗੇ ਪ੍ਰੈਸ ਕਾਨਫਰੰਸ ਕੀਤੀ ਤੁਹਾਡੇ ਖਿਲਾਫ ਵੀ ਸਾਨੂੰ ਮਾਰ ਕੁੱਟਦੇ ਹੈਗੇ ਆ। ਹਾਂਜੀ, ਇਹ ਕੀ ਮਸਲਾ ਹੈਗਾ ਜੀ ਤੁਹਾਡੀ ਘਰੇਲੂ ਫੈਮਿਲੀ ਦਾ? ਇਹ ਹਾਂ, ਇਹ ਇਸ ਤਰ੍ਹਾਂ ਮਸਲਾ ਜੀ, ਸਾਡੀ 2 ਭਰਾ ਆ ਅਸੀਂ, ਤੇ ਫਾਦਰ ਸਾਹਿਬ ਆ, ਮਦਰ ਦੀ ਡੈਥ ਹੋ ਗਈ ਸੀ 2007 ਦੇ ਵਿੱਚ। ਤੇ ਇਕੱਠੇ ਸੀਗੇ, ਜੁਆਇੰਟ ਫੈਮਿਲੀ। ਜਿਹੜਾ ਛੋਟਾ ਬ੍ਰਦਰ ਹੈਗਾ ਆ
ਉਹਦੇ ਬੱਚੇ ਜਲੰਧਰ ਪੜ੍ਹਦੇ ਆ। ਮੈਂ ਇੱਥੇ ਪਿੰਡ ਰਹਿੰਦਾ ਆ, ਖੇਤੀਬਾੜੀ ਦਾ ਸਾਰਾ ਕੰਮ ਕਰਾਉਣਾ ਆ, ਅਤੇ ਕੋਈ ਰੌਲਾ ਰੱਪਾ ਨਹੀਂ ਸੀਗਾ। ਥੋੜ੍ਹਾ ਜਿਹਾ ਰੌਲਾ ਉਦੋਂ ਹੋਇਆ ਜਦੋਂ ਤਕਰੀਬਨ 7 ਸਾਲ ਪਹਿਲਾਂ ਮੇਰੇ ਫਾਦਰ ਨੇ ਜਿਹੜੀ ਸਾਡੀ ਬੈਂਕ ਦੀ ਲਿਮਟ ਬਣੀ ਸੀ, ਲਿਮਟ ਚੱਕ ਕੇ ਛੋਟੇ ਬ੍ਰਦਰ ਦੀ ਜਿਹੜੀ ਵਾਈਫ ਆ, ਉਹਨਾਂ ਦੀ ਫਾਦਰ ਸਾਹਿਬ ਦੀ ਨੂੰਹ ਆ ਜਿਹੜੀ ਸੰਦੀਪ ਕੌਰ, ਤਕਰੀਬਨ 38 ਕੁ ਲੱਖ ਦੇ ਪਲਾਟ ਉਹਨੂੰ ਲੈ ਕੇ ਦਿੱਤੇ ਆ। ਅਤੇ ਉਹ ਗੱਲਬਾਤ ਥੋੜ੍ਹੀ ਜਿਹੀ ਮਤਲਬ ਹੋਈ ਸੀਗੀ। ਮੈਂ ਕਿਹਾ ਵੀ ਤੁਸੀਂ ਮਤਲਬ ਲਿਮਟ 'ਤੇ ਚੱਕ ਕੇ ਕਿਉਂ ਦਿੱਤੇ ਆ ਨਾ ਜੀ, ਤੁਹਾਡੇ ਕੋਲ ਜਦ ਆਪਣੀਆਂ ਐਫਡੀਆਂ ਹੈਗੀਆਂ, ਹੋਰ ਪ੍ਰਾਪਰਟੀਆਂ ਹੈਗੀਆਂ, ਉਹ ਐਡਜਸਟ ਕਰਕੇ ਸ਼ਹਿਰ ਦੇ ਕੋਈ ਪਲਾਟ ਵੇਚ ਦਿੰਦੇ। 3 ਪਲਾਟ 4 ਪਲਾਟ ਲੁਧਿਆਣੇ ਦੇ ਵਿੱਚ ਆ, ਜਲੰਧਰ ਦੇ ਵਿੱਚ ਆ, ਇਹਨਾਂ ਦੇ ਕੋਲ ਹੋਰ ਵੀ ਕਈ ਪ੍ਰਾਪਰਟੀਆਂ ਹੈਗੀਆਂ ਆ। ਅਤੇ ਚਲੋ ਉਹ ਗੱਲ ਨਿਬੜੀ, ਇਹਨਾਂ ਨੇ ਫੈਸਲਾ ਕਰ ਲਿਆ, ਕਹਿੰਦੇ ਵੀ ਉਹ ਪਲਾਟ ਕੋਈ ਗੱਲ ਨਹੀਂ, ਜੇ ਸੇਲ ਕਰਨੇ ਹੋਏ ਤਾਂ ਅਸੀਂ ਅੱਧੇ ਅੱਧੇ ਕਰਾਂਗੇ। ਪਰ ਇਹਨਾਂ ਨੇ ਜੋ ਪ੍ਰੋਗਰਾਮ ਇਹਨਾਂ ਦਾ ਹੀ ਬਣਿਆ ਸੀ, ਉਹ ਕਹਿੰਦੇ ਵੀ ਜਿਹੜਾ ਛੋਟਾ ਹਰਤੇਜ ਆ, ਸਟੀਲ ਦੀ ਸ਼ਟਰਿੰਗ ਕਹਿੰਦੇ ਇੱਥੇ ਮਿਲ ਗਏ, ਔਰ ਇੱਥੇ ਨੇੜੇ ਤੇੜੇ ਉਦੋਂ ਹੈ ਨਹੀਂ ਸੀ 8 ਸਾਲ ਪਹਿਲਾਂ, ਉਹ ਕਾਰੋਬਾਰ ਇਹਨੇ ਸ਼ੁਰੂ ਕਰਨਾ ਹੈ। ਅਤੇ ਉਹਨਾਂ ਨੇ ਲੈ ਸਕੇ ਪਲਾਟ ਉਹਦੇ। ਚਲੋ ਮੇਰਾ ਕੋਈ ਲੈਣਾ ਦੇਣਾ ਨਹੀਂ, ਪਰ ਇਹਨਾਂ ਨੇ ਮੈਨੂੰ ਯਕੀਨ ਦਿਵਾਤਾ ਸੀ ਵੀ ਉਹ ਆਪਾਂ ਅੱਧੇ ਅੱਧੇ ਕਰਾਂਗੇ। ਉਸ ਤੋਂ ਬਾਅਦ ਤਕਰੀਬਨ 3 ਸਾਲ ਪਹਿਲਾਂ ਇਹਨਾਂ ਨੇ ਆਪਦੀ ਫਾਦਰ ਸਾਹਿਬ ਨੇ ਜ਼ਮੀਨ ਦੇ ਵਿੱਚੋਂ ਤਕਰੀਬਨ 2.5 ਏਕੜ ਜ਼ਮੀਨ ਹਰਤੇਜ ਦੇ ਨਾਲ ਲਵਾਤੀ ਮੈਨੂੰ, ਬਿਨਾਂ ਪੁੱਛੇ ਤੋਂ, ਬਿਨਾਂ ਕਿਸੇ ਗੱਲਬਾਤ ਤੋਂ। ਉਦੋਂ ਮੈਂ ਬੜਾ ਹੈਰਾਨ ਹੋਇਆ। ਉਸ ਗੱਲ ਤੋਂ ਫਿਰ ਥੋੜ੍ਹੀ ਥੋੜ੍ਹੀ ਗੱਲ ਵੱਧਦੀ ਫਿਰ ਇੱਥੇ ਆ ਗਈ। ਫਿਰ ਇਹਨਾਂ ਨੇ ਆਪ ਹੀ ਕਹਿਤਾ ਵੀ ਤੂੰ ਜੁਦਾ ਹੋ ਜਾ। ਮੈਂ ਕਿਹਾ ਚਲੋ ਜੇ ਤੁਸੀਂ ਚਾਹੁੰਦੇ ਆ ਮੈਂ ਜੁਦਾ ਹੋ ਜਾਂਦਾ। ਆਹੀ ਗੱਲਬਾਤ ਹੋਈ ਆ। ਅਤੇ ਫਿਰ ਕਹਿੰਦੇ ਵੀ ਤੈਨੂੰ, ਮੇਰੀ ਸੁਣੋ ਨਾ ਜੀ ਗੱਲ ਸਾਰੀ, ਫਿਰ ਇਹ ਕਹਿੰਦੇ ਵੀ ਅਸੀਂ ਤੈਨੂੰ ਫਾਦਰ ਛੋਟਾ ਕਹਿੰਦਾ ਮੈਂ ਫਾਦਰ ਕੋਲੋਂ ਤੈਨੂੰ ਬੇਦਖਲ ਕਰਵਾ ਦੇਣਾ ਆ। ਮੈਂ ਕਿਹਾ ਚਲੋ ਜੇ ਇਸ ਗੱਲ 'ਚ ਖੁਸ਼ੀ ਹੁੰਦੀ ਆ ਉਹ ਕਰਵਾ ਦਿਓ, ਠੀਕ ਹੈ ਨਾ ਜੀ। ਅਤੇ ਫਿਰ ਇਹ ਕਹਿੰਦੇ ਜਦੋਂ ਫਿਰ ਇਹਨਾਂ ਨੇ ਝੂਠੀਆਂ ਦਰਖਾਸਤਾਂ ਮੇਰੇ 'ਤੇ ਦੇਣ ਲੱਗ ਪਏ, ਠੀਕ ਹੈ ਨਾ ਜੀ। ਫਿਰ ਜਿਹੜੀਆਂ ਦਰਖਾਸਤਾਂ ਦਿੱਤੀਆਂ ਆ ਇਹਨਾਂ ਨੇ ਤਕਰੀਬਨ 6-7 ਮਹੀਨੇ ਪਹਿਲਾਂ ਫਾਦਰ ਸਾਹਿਬ ਨੇ ਇਹਨਾਂ ਨੇ ਜਾ ਕੇ SSP ਜਲੰਧਰ ਦੇ ਪੇਸ਼ ਹੋਏ ਆ, ਸਰਦਾਰ ਨਵਜੋਤ ਸਿੰਘ ਮਾਲ ਦੇ। ਉੱਥੇ ਜਦੋਂ ਪੇਸ਼ ਹੋਇਆ ਤਾਂ ਮੈਨੂੰ ਉੱਥੋਂ ਪਰਵਾਨਾ ਆ ਗਿਆ। ਮੈਂ ਉੱਥੇ ਗਿਆ, ਮੈਨੂੰ ਜਦੋਂ ਪਤਾ ਲੱਗਿਆ ਮੈਂ ਉੱਥੇ ਗਿਆ ਤਾਂ ਮੈਂ ਵੀ SSP ਸਾਹਿਬ ਦੇ ਪੇਸ਼ ਹੋਇਆ। ਮੈਂ ਜਦੋਂ ਉਹਨਾਂ ਦੇ ਪੇਸ਼ ਹੋਇਆ ਤੇ SSP ਸਾਹਿਬ ਨੇ ਮੈਨੂੰ ਸਿੱਧਾ ਸਵਾਲ ਹੀ ਇਹ ਕੀਤਾ, ਕਹਿੰਦੇ ਜੀ ਨਵਤੇਜ ਸਿੰਘ ਜੀ ਤੁਸੀਂ ਆਪਣੇ ਫਾਦਰ ਸਾਹਿਬ ਦੇ 8 ਖੇਤ ਹੇਰਾਫੇਰੀ ਨਾਲ ਆਪਣੇ ਨਾਂ ਕਰਵਾ ਲਏ। ਮੈਂ ਕਿਹਾ ਜੀ ਸਰ ਜੇ ਮੈਂ ਕਰਵਾ ਲਿਆ ਹੇਰਾਫੇਰੀ ਨਾਲ ਮੇਰੇ 'ਤੇ ਕਾਰਵਾਈ ਕਰਾ ਦਿਓ, ਨਹੀਂ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਆ। ਇਸ ਗੱਲ ਦਾ ਤੁਸੀਂ ਨਿਚੋੜ ਸਾਰਾ ਹੈਗਾ, ਤੁਸੀਂ ਕੱਢੋ ਜਿੱਦਾਂ ਮਰਜ਼ੀ ਕਰੋ। ਉਹਨਾਂ ਨੇ ਮੈਨੂੰ ਕਹਿੰਦੇ ਤੁਸੀਂ ਆਪਣੇ ਬਿਆਨ, ਮੇਰੇ ਰੀਡਰ ਨੂੰ ਬੁਲਾਇਆ, ਉਹਨਾਂ ਨੇ ਰੀਡਰ ਨੂੰ ਬਿਆਨ ਲਿਖਾ ਦਿਓ। ਉਹਨਾਂ ਨੇ ਮਾਰਕ ਕਰਤੀ ਫੈਮਿਲੀ ਡਿਸਪਿਊਟ, ਕੋਈ ਇੱਦਾਂ ਦਾ ਕੋਈ ਹੈਗਾ ਉੱਥੇ ਆਪਣੇ DSP ਸਾਹਿਬ ਹੈਗੇ ਆ ਸਰਦਾਰ ਸੁਰਿੰਦਰਪਾਲ ਸਿੰਘ, ਉਹਨਾਂ ਦੇ ਦਫ਼ਤਰ 'ਚ ਬੈਠਦੇ ਸਰਦਾਰ ਜੀ ਦਾੜੀ ਬੰਨ੍ਹ ਕੇ ਰੱਖਦੇ ਆ, ਉਹਨਾਂ ਦੇ ਉੱਥੇ ਉਹਨਾਂ ਨੇ ਮੈਨੂੰ ਮਾਰਕ ਕਰਤੀ ਉੱਥੇ ਐਪਲੀਕੇਸ਼ਨ। ਉੱਥੇ ਜਦੋਂ ਐਪਲੀਕੇਸ਼ਨ ਮਾਰਕ ਕਰਤੀ, ਉਹ ਕਹਿੰਦੇ ਵੀ ਜਦੋਂ ਹੁਣ ਦੋਨਾਂ ਪਾਰਟੀਆਂ ਨੂੰ ਟਾਈਮ ਦੇਵਾਂਗੇ ਤੁਹਾਨੂੰ ਬੁਲਾਵਾਂਗੇ। ਤਕਰੀਬਨ 6-7 ਮਹੀਨੇ ਦੀ ਗੱਲ ਆ। ਮੈਨੂੰ ਇੱਥੇ ਪਰਵਾਨਾ ਆ ਗਿਆ ਜੀ, ਬਿਲਕੇ ਥਾਣੇ 'ਚੋਂ ਮੁਲਾਜ਼ਮ ਆਇਆ। ਜਦੋਂ ਪਰਵਾਨਾ ਆਇਆ ਮੈਂ ਉੱਥੇ ਉਹਨਾਂ ਦੇ DSP ਸਾਹਿਬ ਦੇ ਪੇਸ਼ ਹੋਇਆ। ਸਾਰਾ ਦਿਨ ਸਵੇਰੇ 9:30 ਤੋਂ ਲੈ ਕੇ ਸ਼ਾਮ ਤੱਕ ਮੈਂ ਉੱਥੇ ਬੈਠਾ ਰਿਹਾ, 5 ਵਜੇ ਤੱਕ, 4:30 ਵਜੇ ਤੱਕ। ਇਹ ਬੰਦੇ ਨਹੀਂ ਆਏ। ਫਿਰ ਮੈਂ DSP ਸਾਹਿਬ ਦੇ ਜਾ ਕੇ ਮੈਂ ਬਾਹਰੋਂ ਮੈਂ ਹਾਜ਼ਰੀ ਲਵਾਈ ਜਾ ਕੇ। ਮੈਂ ਕਿਹਾ ਜੀ ਮੈਂ ਸਵੇਰ ਦਾ ਬੈਠਾ ਵੀ 2-3 ਵਾਰੀ ਤੁਹਾਡੇ ਕੋਲ ਪੇਸ਼ ਵੀ ਹੋ ਵੱਡਿਆ। ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਜਦੋਂ ਅਗਲੀ ਡੇਟ 'ਤੇ ਬੁਲਾ ਲੈਂਦੇ ਆ। ਅਗਲੀ ਡੇਟ ਦਾ ਫਿਰ ਤਕਰੀਬਨ 10-12 ਦਿਨ ਯਾਦ, ਮੈਨੂੰ ਪੂਰਾ ਨਹੀਂ ਯਾਦ, 10-12 ਦਿਨ ਬਾਅਦ ਫਿਰ ਦੁਬਾਰਾ ਮੈਨੂੰ ਆਇਆ, ਸਮਨ ਆਇਆ, ਪਰਵਾਨਾ ਆਇਆ। ਦੁਬਾਰਾ ਮੈਂ ਫਿਰ ਜਾ ਕੇ ਉੱਥੇ ਪੇਸ਼ ਹੋਇਆ, ਉਦੋਂ ਵੀ ਨਹੀਂ ਆਏ। ਉਹਨਾਂ ਦਾ ਆਪਣਾ DSP ਸਾਹਿਬ ਦਾ ਜਿਹੜਾ DSP ਸਾਹਿਬ ਨੇ ਆਪਣੇ ਰੀਡਰ ਨੂੰ ਕਿਹਾ ਯਾਰ ਪਿਛਲੀ ਵਾਰੀ ਵੀ ਨਹੀਂ ਆਏ, ਹੁਣ ਵੀ ਤਕਰੀਬਨ 4:30 ਵਜੇ ਬੰਦੇ ਆਏ ਨਹੀਂ, ਵੀ ਉਹ ਬੰਦਿਆਂ ਨੂੰ ਰਿੰਗ ਕਰ। ਉਹਨੇ ਜਦੋਂ ਰਿੰਗ ਕੀਤੀ ਤਾਂ ਇਹਨੇ ਛੋਟੇ ਨੇ ਹਰਤੇਜ ਸਿੰਘ ਨੇ ਫੋਨ ਅਟੈਂਡ ਕੀਤਾ, ਫੋਨ ਚੱਕਿਆ, ਸਾਡੇ ਸਾਹਮਣੇ DSP ਦਾ ਦਫ਼ਤਰ DSP ਸਾਹਿਬ ਦੇ ਸਾਹਮਣੇ ਉਹਨੇ ਹਾਜ਼ਰੀ ਦੇ ਵਿੱਚ ਰੀਡਰ ਨੇ ਕੀਤਾ। ਔਰ ਇਹ ਬੰਦਾ ਕਹਿੰਦਾ ਵੀ ਅੱਛਾ ਜੀ, ਕਹਿੰਦਾ ਅੱਜ ਬੁਲਾਇਆ ਸੀ, ਸਾਨੂੰ ਤਾਂ ਕਹਿੰਦਾ ਪਤਾ ਨਹੀਂ। ਤਕਰੀਬਨ 4:45 ਵੱਜ ਗਿਆ ਸੀ ਉਦੋਂ। ਕਹਿੰਦਾ ਜੀ ਅਸੀਂ ਹੁਣ ਆ ਜਾਈਏ। ਉਹ ਕਹਿੰਦਾ ਯਾਰ ਹੁਣ ਤੁਸੀਂ ਰਹਿੰਦੇ ਕਿੱਥੇ ਆ? ਕਹਿੰਦਾ ਜੀ ਅਸੀਂ ਅਰਬਨ ਸਟੇਟ ਰਹਿੰਦੇ ਆ। ਉਹ ਕਹਿੰਦਾ ਹੁਣ ਤੁਸੀਂ ਇੰਨੀ ਛੇਤੀ ਕਿੱਥੋਂ ਆ ਜਾਓਗੇ? 5 ਤਾਂ ਵੱਜ ਗਿਆ, ਸਿਆਲਾਂ ਦੇ ਦਿਨ ਆ, ਧੁੰਦ ਪੈ ਗਈ ਆ, ਇਹ ਬੰਦੇ ਨੇ ਚੱਲ ਕੇ ਬਿਲਗੇ ਜਾਣਾ, ਵੀ ਗੱਡੀ 'ਚ ਆਇਆ ਹੋਊਗਾ, ਕਾਹਦੇ 'ਤੇ ਆਇਆ ਹੋਊਗਾ। ਉਹ ਕਹਿੰਦੇ ਚਲੋ ਅਗਲੀ ਤਰੀਕ ਦੇਵਾਂਗੇ। 3 ਤਰੀਕ ਨੈਕਸਟ ਫਿਰ ਜਿਹੜੀ ਦਿੱਤੀ ਆ, ਉਸ ਤਰੀਕ 'ਤੇ ਵੀ ਮੈਂ ਗਿਆ, ਸਾਰਾ ਦਿਨ ਮੈਂ ਬੈਠਾ ਰਿਹਾ, ਫਿਰ ਨਹੀਂ ਇਹ ਬੰਦੇ ਆਏ। ਠੀਕ ਹੈ ਜੀ। ਜਦੋਂ ਉਹ 3 ਤਰੀਕ ਹੋਈ ਆ, ਮੈਂ ਉਹਨਾਂ ਨੂੰ ਫਿਰ ਕਿਹਾ, ਮੈਂ ਕਿਹਾ ਸਰਦਾਰ ਸਾਹਿਬ, ਉਹ ਕਹਿੰਦੇ ਨਹੀਂ ਜੀ ਉਹ ਤਾਂ ਆਉਂਦੇ ਨਹੀਂ। ਮੈਂ ਕਿਹਾ ਜੀ ਮਦਈ ਆ, ਉਹਨਾਂ ਨੂੰ ਆਉਣਾ ਚਾਹੀਦਾ। ਉਹ ਕਹਿੰਦੇ ਜੀ ਝੂਠ ਦੇ ਕੋਈ ਪੈਰ ਥੋੜੀ ਹੁੰਦੇ, ਵੀ ਜੇ ਝੂਠੇ ਬੰਦੇ ਹੋਣਗੇ ਇਹ ਨਹੀਂ ਐਪਲੀਕੇਸ਼ਨ ਦੇ ਕੇ ਤਾਂ ਕਿਉਂ ਨਹੀਂ ਆਏ। ਫਿਰ ਜੀ 1 ਮਿੰਟ ਸੁਣਨ ਵਾਲੀ ਗੱਲ ਹੈ ਜੋਲ ਸਾਹਿਬ, ਉਹਨਾਂ ਨੇ DSP ਸਾਹਿਬ ਕਹਿੰਦੇ ਜੀ ਤੁਹਾਡਾ ਫੈਮਿਲੀ ਦਾ ਡਿਸਪਿਊਟ ਹੈ। ਚਲੋ ਕਹਿੰਦੇ ਮੈਂ ਵੀ ਚਾਹੁੰਦਾ, ਸਾਰੇ ਚਾਹੁੰਦੇ ਆ ਵੀ ਚਲੋ ਘਰ ਦੀ ਜਿਹੜੀ ਲੜਾਈ ਹੈਗੀ ਨਿਬੜਨੀ ਚਾਹੀਦੀ ਆ। ਉਹ ਕਹਿੰਦੇ ਪਰ ਮੌਕੇ ਅਸੀਂ 3 ਦੇਈਦੇ ਆ, 3 ਦੇਤੇ ਆ, ਪਰ ਕਹਿੰਦੇ ਜੇ ਤੂੰ ਕਹੇ, ਮੈਨੂੰ ਕਹਿੰਦੇ ਵੀ ਚੌਥਾ ਮੌਕਾ ਵੀ ਦੇ ਦਈਏ। ਮੈਂ ਕਿਹਾ ਜੀ ਚਾਹੇ 5 ਮੌਕੇ ਦੇ ਦਿਓ, ਪਰ ਇਹ ਜਿਹੜਾ ਹੈਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ। ਪਤਾ ਵੀ ਲੱਗੇ ਵੀ ਨਵਤੇਜ ਨੇ ਕਿਹੜੀ ਬੇਈਮਾਨੀ ਉਹਨਾਂ ਨਾਲ ਕੀਤੀ, ਉਹਨਾਂ ਦਾ ਕੀ ਖਾ ਲਿਆ। ਚੌਥਾ ਮੌਕਾ ਵੀ ਉਹਨਾਂ ਨੇ ਦਿੱਤਾ ਜੀ। ਸ਼ਾਮ 5 ਵਜੇ ਤੱਕ ਮੈਂ ਫਿਰ ਬੈਠਾ ਰਿਹਾ। ਫਿਰ ਉਹਨਾਂ ਨੇ ਕਿਹਾ, ਕਹਿੰਦੇ ਵੀ ਜਾ ਹੁਣ
ਇਹ ਕਹਿੰਦੇ ਮਤਲਬ ਸਾਡੇ ਹੁਣ ਬਸ ਦੀ ਗੱਲ ਹੈ ਨਹੀਂ, ਫਿਰ ਆਉਣਗੇ ਜਾਣਗੇ ਜੋ ਗੱਲਬਾਤ ਹੋਊਗੀ। ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ, ਕੋਈ ਗੱਲ ਨਹੀਂ। ਤੁਹਾਡੇ ਪਿਤਾ ਜੀ ਨੇ ਪ੍ਰੈਸ ਕਾਨਫਰੰਸ 'ਤੇ ਵੀ ਕਿਹਾ ਭਾਜੀ ਵੀ ਚੌਧਰੀ ਦਲਜੀਤ ਸਿੰਘ ਨੇ ਕਿਹਾ ਕਿ ਮੇਰਾ 14/8/2013 ਨੂੰ ਕੁੱਟ ਕੇ ਸੱਜਾ ਚੂਲਾ ਇਹਨਾਂ ਨੇ ਤੋੜਿਆ ਨਵਤੇਜ ਸਿੰਘ ਨੇ। ਉਸ ਤੋਂ ਬਾਅਦ ਦੇ ਵਿੱਚ 8/8/2020 ਨੂੰ ਜਿਹੜਾ ਛੋਟਾ ਪੁੱਤਰ ਹਰਤੇਜ ਸਿੰਘ ਉਹਨੂੰ ਕੁੱਟਿਆ। ਉਸ ਤੋਂ ਬਾਅਦ 10/8/2020 ਨੂੰ ਫਿਰ ਇਹਨੇ ਹਰਤੇਜ ਨੂੰ ਕੁੱਟਿਆ ਕਮਰੇ 'ਚ ਵੜ ਕੇ, ਤੇ MLR ਕੱਟੀ ਗਈ ਆ। MLR ਕੱਟਣ ਤੋਂ ਬਾਅਦ ਦੇ ਵਿੱਚ ਕਿ ਸਾਨੂੰ ਇਹ ਕਹਿ ਰਿਹਾ ਹੈਗਾ ਵੀ ਤੁਸੀਂ ਮੇਰਾ ਕੁਛ ਨਹੀਂ ਵਿਗਾੜ ਸਕਦੇ। ਬਰਾੜ ਸਾਹਿਬ ਦੇ PA ਨਾਲ ਮੇਰੀ ਸਿੱਧੀ ਗੱਲਬਾਤ ਆ, ਮੈਂ ਉਹਨਾਂ ਨੂੰ ਪੈਸੇ ਦਿੰਦਾ ਆ ਤੇ ਮੈਂ ਉਹਨੂੰ ਗਿਫਟ ਦਿੰਦਾ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਕਹਿੰਦੇ ਆ ਵੀ 13 ਦੇ ਵਿੱਚ 13 ਦੱਸਿਆ ਸੀ ਨੇ ਸਾਨੂੰ 13 ਦੇ ਵਿੱਚ ਕਿੰਨੀ ਤਰੀਕ ਨੂੰ ਚੂੜਾ ਟੁੱਟਿਆ, ਮੈਨੂੰ ਹਾਲੇ ਤੱਕ ਯਾਦ ਆ। ਉਸ ਦਿਨ ਮੈਂ ਆਪਣਾ ਜਿਹੜਾ ਮੇਰੇ ਨਾਲ ਉਸ ਵਿਆਹ ਦੇ ਵਿੱਚ ਬੰਦਾ ਗਿਆ ਆ, ਰਾਤ ਦਾ ਵਿਆਹ ਸੀ ਜਲੰਧਰ ਵਿੱਚ, ਇੱਥੇ ਸਾਡੇ ਬਜਾਜੀ ਦੀ ਦੁਕਾਨ ਹੈ ਸਤਪਾਲ ਗਾਬਾ, ਉਹਨਾਂ ਦੀ ਬੇਟੀ ਦਾ ਵਿਆਹ ਸੀ, ਉੱਥੇ ਅਸੀਂ ਜਾਣਾ ਸੀ। ਫਾਦਰ ਸਾਹਿਬ ਨੇ ਉਦੋਂ ਸ਼ਰਾਬ ਪੀਤੀ ਸੀ, ਬਾਥਰੂਮ ਦੇ ਵਿੱਚੋਂ ਨਿਕਲੇ ਆ, ਔਰ ਮੇਰਾ ਦੋਸਤ ਹੈ ਜਿਹੜਾ ਮੇਰੇ ਕੋਲ ਮੋਟਰਸਾਈਕਲ ਤੇ ਆਇਆ ਸੀ, ਅੱਗੋਂ ਅਸੀਂ ਮੇਰੀ ਕਾਰ ਦੇ ਵਿੱਚ ਜਾਣਾ ਸੀ। ਅਸੀਂ ਕਾਰ ਮੋੜ ਕੇ ਤਿਆਰ ਮਤਲਬ ਗਾਲ ਮੋੜਦੇ ਆ, ਫਾਦਰ ਸਾਹਿਬ ਇੱਕਦਮ ਡਿੱਗ ਪਏ ਆ। ਜਦੋਂ ਡਿੱਗ ਪਏ ਆ ਤੇ ਅਸੀਂ ਉਹਨਾਂ ਨੂੰ ਚੱਕਿਆ, 1.5 ਘੰਟਾ ਉਹਨਾਂ ਨੂੰ ਰੱਖਿਆ ਤੇ ਇਹਨਾਂ ਨੇ ਆਪ ਹੀ ਕਿਹਾ, ਕਹਿੰਦੇ ਕਾਕਾ ਤੂੰ ਜਾ, ਵੀ ਮੇਰੇ ਕੋਲ ਬਹੁਤੀ ਸੱਟ ਨਹੀਂ ਲੱਗੀ, ਮਾਸ ਹੀ ਫਟਿਆ ਲੱਗਦਾ ਮਾੜਾ ਮੋਟਾ। ਪਾਣੀ ਦੀ ਬੋਤਲ ਗਰਮ ਕਰਾ ਕੇ ਮੈਂ ਜਿਹੜਾ ਸਾਡੇ ਬੰਦਾ ਕੰਮ ਕਰਦਾ ਉਹਦੇ ਕੋਲੋਂ ਸੇਕ ਸੂਕ ਦਵਾਇਆ। ਜਦੋਂ ਅਸੀਂ ਮੁੜ ਕੇ ਆਏ ਆ ਜਾਂ ਦੂਜੇ ਦਾ ਫਿਰ ਹਸਪੀਟਲ ਦੇ ਵਿੱਚ ਹਸਪੀਟਲ ਦਾ ਰਿਕਾਰਡ ਕਢਾਇਆ ਜਾਵੇ, ਨਕੋਦਰ ਹਸਪੀਟਲ ਜਿੱਥੇ ਐਡਮਿਟ ਰਹੇ ਆ, ਔਰ ਇਸ ਗੱਲ ਦਾ ਗਵਾਹ ਵੀ ਹੈਗਾ ਜੀ। ਹਸਪੀਟਲ ਮੈਂ ਜਦੋਂ ਲੈ ਕੇ ਗਿਆ, ਓਮ ਪ੍ਰਕਾਸ਼ ਪਰਾਸ਼ਰ ਜਿਹੜੇ ਹੈਗੇ ਆ, ਕਿਉਂਕਿ ਉਹ ਜਿਹੜੀ ਆ ਸਾਡੀ ਇੱਥੇ ਦੀ ਜਿਹੜਾ ਚੈਰੀਟੇਬਲ ਹਸਪੀਟਲ ਆ, ਇਹਦੇ ਮੈਨੇਜਮੈਂਟ ਦੇ ਇਹ ਮੈਂਬਰ ਸੀਗੇ। ਉਹ ਡਾਕਟਰ ਇਹਨਾਂ ਦੇ ਇੱਥੇ ਆਉਂਦਾ ਸੀ, ਮੈਨੂੰ ਯਾਦ ਭੁੱਲ ਗਿਆ, ਉਹ ਨਹਿਰ ਤੇ ਨਕੋਦਰ ਪਰ ਡਾਕਟਰ ਸਰ, ਮੈਨੂੰ ਨਾਂ ਯਾਦ ਭੁੱਲ ਗਿਆ ਉਹਨਾਂ ਦਾ, ਹੱਡੀਆਂ ਦਾ ਸਪੈਸ਼ਲਿਸਟ ਹੈ ਉਹ, ਵੀਰਵਾਰ ਨੂੰ ਇੱਥੇ ਆਉਂਦੇ ਹੁੰਦੇ ਸੀ। ਇਹਨਾਂ ਨੂੰ ਮੈਂ ਨਾਲ ਲੈ ਕੇ ਉੱਥੇ ਪਰਾਸ਼ਰ ਸਾਹਿਬ ਨੂੰ ਨਾਲ ਲੈ ਕੇ ਉੱਥੇ ਮੈਂ ਡਾਕਟਰ ਸਾਹਿਬ ਨੂੰ ਗਿਆ, ਸਾਰਾ ਇਹਨਾਂ ਦਾ ਦੇਖਿਆ ਸਾਰਾ ਕੁਛ, ਹਨਾ ਜੀ। ਉੱਥੇ ਉਹਨਾਂ ਨੂੰ ਕਿਹਾ ਵੀ ਚੰਗੀ ਤਰ੍ਹਾਂ ਕਰਿਓ, ਵੀ ਸਾਡੇ ਸਾਬਕਾ ਸਰਪੰਚ ਆ, ਵੀ ਉਹਨਾਂ ਦਾ ਬੇਟਾ ਆ, ਸਾਡੇ ਫੈਮਿਲੀ ਰਿਲੇਸ਼ਨ ਵਾਲੇ ਬਹੁਤ ਵਧੀਆ ਬੰਦੇ ਆ। ਪਰਾਸ਼ਰ ਸਾਹਿਬ ਨੇ ਕਿਹਾ ਜੇ ਇਦਾਂ ਦੀ ਗੱਲ ਹੁੰਦੀ ਤਾਂ ਮੈਂ ਉਹਨਾਂ ਨੂੰ ਲੈ ਕੇ ਜਾਂਦਾ, ਔਰ ਮੈਂ ਤਾਂ ਉੱਥੇ 5 ਦਿਨ ਫਾਦਰ ਦੇ ਕੋਲ ਰਿਹਾ, ਦਿਨ ਰਾਤ ਉੱਥੇ ਕੋਲ ਰਿਹਾ, ਕੋਈ ਗੱਲ ਹੀ ਹੈ ਨਹੀਂ। ਇਹਦਾ ਸਿਰ ਉਹ ਗਮਰਾਹ ਕਰ ਰਿਹਾ। ਉਹ ਜਿਹੜਾ ਹਰਤੇਜ ਸਿੰਘ ਆ, ਸ਼ਰਾਬ ਪੀਣ ਦਾ ਆਦੀ ਆ, ਨਸ਼ੇਈ ਬੰਦਿਆਂ ਦੇ ਵਿੱਚ ਰਹਿੰਦਾ ਆ, ਕ੍ਰਿਮੀਨਲ ਬੰਦਿਆਂ ਦੇ ਵਿੱਚ ਰਹਿੰਦਾ ਆ। ਉਹਨਾਂ ਦੇ ਜਿਹੜਾ ਹੈਗਾ ਪਿੱਛੇ ਲੱਗ ਕੇ ਇਹਨਾਂ ਨੇ ਇਹ ਕੀਤਾ। ਦੂਜੀ ਗੱਲ ਜਿਹੜੀ ਹਰਤੇਜ ਸਿੰਘ ਦੀ, ਤੁਹਾਨੂੰ MLR ਉਹ 1 ਜਾਂ 2 ਦੱਸਦੇ ਆ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਇਹਨਾਂ ਨੇ ਮੇਰੇ ਤੇ 5 MLR ਕਟਾਈਆਂ ਜੀ, 2 ਨਹੀਂ ਕਟਾਈਆਂ। ਉਹ ਖੁਦ ਹੀ ਜਿਹੜੀਆਂ ਜਾਲੀ ਕਟਾ ਕੇ ਭੁੱਲ ਗਏ ਆ। ਉਹ ਮੈਂ SHO ਬਿਲਗਾ ਨੂੰ ਕਈ ਵਾਰ ਜਾ ਕੇ 4-5 ਨਹੀਂ 10 ਵਾਰ ਜਾ ਕੇ ਕਿਹਾ ਆ, ਔਰ ਜਿਹੜੇ SHO ਬਿਲਗਾ ਨੂੰ ਮੈਂ ਕਈ ਵਾਰੀ ਜੀ 8-10 ਵਾਰੀ ਜਾ ਕੇ, ਜ਼ਿਆਦਾ ਵਾਰੀ ਜਾ ਕੇ ਕਿਹਾ, ਮੈਂ ਕਿਹਾ ਜੀ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰੋ। ਮੇਰੇ ਤੇ ML ਤੇ MLR ਹਰ ਵਾਰ ਜਦੋਂ ਸ਼ਹਿਰੋਂ ਆਉਂਦਾ ਸ਼ਰਾਬ ਪੀ ਕੇ, ਕਦੇ ਫਾਦਰ ਸਾਹਿਬ ਨੂੰ ਲੈ ਜਾਂਦਾ। ਫਾਦਰ ਸਾਹਿਬ ਨੂੰ ਸਕਿਨ ਦੀ ਪ੍ਰੋਬਲਮ ਆ, 2 ਵਾਰੀ MLR ਫਾਦਰ ਸਾਹਿਬ ਦੀ ਇਹ ਕਟਾਈ ਆ ਇਹਨਾਂ ਨੇ, ਵੀ ਆ ਫਾਦਰ ਸਾਹਿਬ ਦੇ ਆ ਮਾਰਿਆ। ਉਹਨਾਂ ਦੇ ਇੱਥੋਂ ਕਮੀਜ਼ ਚੱਕ ਕੇ, ਤੁਸੀਂ ਪੱਤਰਕਾਰ ਭਰਾ ਵੀ ਚੱਕ ਕੇ ਦੇਖ ਸਕਦੇ ਆ, ਉਹਨਾਂ ਦੇ ਹਰ ਵੇਲੇ ਕੱਪੜੇ ਲਿਬੜੇ ਹੁੰਦੇ, ਹਰ ਰੋਜ਼ ਬਲੱਡ ਲੱਗਿਆ ਹੁੰਦਾ, ਸਕਿਨ ਦੀ ਪ੍ਰੋਬਲਮ ਇਹਨਾਂ ਨੂੰ। ਇਸ ਕਰਕੇ ਮੈਂ ਜਿੰਨੇ ਇਨਵੈਸਟੀਗੇਸ਼ਨ ਅਫਸਰ, ਜਿੰਨੇ ਵੀ ASI, ਜਿਨ੍ਹਾਂ ਕੋਲ ਅਲੱਗ-ਅਲੱਗ ਇਹਨਾਂ ਦੀ MLR ਦਾ ਕੇਸ ਹੁੰਦਾ ਸੀ, ਸਾਰਿਆਂ ਨੂੰ ਮੈਂ ਰਿਕੁਐਸਟ ਕਰਦਾ ਰਿਹਾ ਵੀ ਭਾਈ ਸਾਹਿਬ ਉਹਨਾਂ ਦੇ ਬਿਆਨ ਲਓ, ਪਤਾ ਲੱਗੇ ਕਿੱਥੇ ਲੜਾਈ ਹੋਈ ਹੈ, ਕੀ ਹੋਇਆ ਕੀ ਨਹੀਂ। ਦੂਸਰੀ ਗੱਲ ਮੈਂ ਸਭ ਤੋਂ ਵੱਡੀ ਜਿਹੜੀ ਤੁਹਾਨੂੰ ਦੱਸਣ ਲੱਗਾ, ਜਿਹੜੇ ਪ੍ਰੈਸ ਕਾਨਫਰੰਸ ਦੇ ਬਾਅਦ ਸਾਥੀ ਬੈਠੇ ਇਹਨਾਂ ਨਾਲ ਇੱਕ ਲੇਡੀ ਬੈਠੀ ਆ, ਬੀਬੀ ਸਿਮਰੂ, ਗੁਰਦੇਵ ਦੀ ਵਾਈਫ, 420 ਦਾ ਉਹਦੇ ਤੇ ਪਰਚਾ ਹੋਇਆ ਜੀ। ਮੈਂ ਦੱਸਣਾ ਚਾਹੁੰਦਾ ਵੀ ਸਾਰੇ ਪਿੰਡ ਦੇ ਵਿੱਚੋਂ ਆ ਵਧੀਆ ਬੰਦੇ ਇਹਨਾਂ ਦੇ ਨਾਲ ਤੁਰੇ ਆ। ਉਹ ਬੀਬੀ ਪੌਣੇ 2 ਮਹੀਨੇ ਸੈਂਟਰਲ ਜੇਲ੍ਹ ਜਲੰਧਰ ਦੇ ਵਿੱਚ ਰਹਿ ਕੇ ਆਈ ਹੈ। 420 ਦਾ ਕਿਸੇ ਸਾਬਕਾ ਰਿਟਾਇਰਡ ਫੌਜੀ ਦੇ ਨਾਲ ਉਹਨੇ ਫਰਾਡ ਕੀਤਾ ਸੀ। ਉਹ ਤੇ ਉਹਦਾ ਵੱਡਾ ਮੁੰਡਾ ਜੀਤਾ ਜੇਲ੍ਹ ਦੇ ਵਿੱਚ ਰਹਿ ਕੇ ਆਏ ਆ, ਬਾਅਦ ਵਿੱਚ ਜ਼ਮਾਨਤਾਂ ਹੋਈਆਂ, ਮੁਕੱਦਮਾ ਚੱਲਿਆ। ਉਹਦਾ ਛੋਟਾ ਮੁੰਡਾ ਜਿਹੜਾ ਹਰ ਵੇਲੇ ਦੇ ਨਾਲ ਹੁੰਦਾ, ਮੁਨਸ਼ੀ DK ਮਾਰਬਲ ਵਾਲਿਆਂ ਦੇ ਇੱਕ ਵਾਰੀ 2-2.5 ਲੱਖ ਦੀ ਚੋਰੀ ਹੋਈ ਸੀ, ਤੁਹਾਨੂੰ ਸਾਰਿਆਂ ਨੂੰ, ਆਪਾਂ ਨੂੰ ਪਿੰਡ ਵਾਲਿਆਂ ਨੂੰ ਪਤਾ ਆ। ਉਹਦੇ ਵਿੱਚ CIA ਸਟਾਫ ਵਾਲਿਆਂ ਨੂੰ ਚੱਕ ਗਏ, ਇਹਨੂੰ ਇੰਟਰੋਗੇਟ ਕੀਤਾ, ਕਈ ਵਾਰ ਚੋਰੀ ਦਾ ਇਹਦੇ ਤੇ ਇਲਜ਼ਾਮ ਲੱਗ ਚੁੱਕਾ ਆ, ਠੀਕ ਹੈ ਨਾ ਜੀ। ਇਸ ਕਰਕੇ ਜਿਹੜਾ ਤੀਸਰਾ ਬੰਦਾ ਪਿੱਛੇ ਬੈਠਾ ਜੀ, ਝੰਮੋ ਦਾ ਮੁੰਡਾ ਬੱਗਾ, ਉਹ ਹਲੇ 4-5 ਮਹੀਨੇ ਪਹਿਲਾਂ 6 ਮਹੀਨੇ ਜੇਲ੍ਹ ਦੇ ਵਿੱਚ ਰਹਿ ਕੇ ਆਇਆ। 6 ਮਹੀਨੇ ਬਾਅਦ ਉਹਦੀ ਬੇਲ ਹੋਈ ਆ ਚਿੱਟੇ ਦੇ ਵਿੱਚ। ਆਹ ਬੰਦੇ ਇਹਦੇ ਸਪੋਰਟਰ ਆ। ਇਹਨਾਂ ਬੰਦੇ ਇਹ ਜਿਹੜਾ ਇਲਜ਼ਾਮ ਬਰਾੜ ਸਾਹਿਬ ਦੇ PA ਤੇ ਗੁਰਮੀਤ ਸਿੰਘ ਦਾ ਲਾ ਰਹੇ ਆ ਮੇਰੇ ਤੇ, ਵੀ ਨਵਤੇਜ ਕਹਿੰਦਾ ਵੀ ਮੈਂ ਗਿਫਟ ਦੇ ਕੇ ਵੀ ਗੁਰਮੀਤ ਤੋਂ ਕੰਮ ਲੈਣਾ, ਇਹਦੇ ਵਿੱਚ ਕੋਈ ਸੱਚਾਈ ਨਹੀਂ। ਮੈਂ ਕਿਹੜਾ ਗਿਫਟ ਦੇਣਾ? ਇਹਨਾਂ ਨੂੰ ਪੁੱਛਣ ਵਾਲਾ ਹੋਵੇ ਤੁਸੀਂ ਨਵਤੇਜ ਨੂੰ ਪੈਸੇ ਕਿੰਨੇ ਕੁ ਦਿੱਤੇ ਆ। ਨਵਤੇਜ ਨੇ ਬੈਂਕ ਅਕਾਊਂਟ ਦਾ ਹੁਣ 6 ਮਹੀਨੇ ਪਹਿਲਾਂ ਖਲਾਇਆ, ਨਵਤੇਜ ਦਾ ਤਾਂ ਬੈਂਕ ਅਕਾਊਂਟ ਹੀ ਹੈ ਨਹੀਂ ਸੀ। ਨਵਤੇਜ ਨੇ ਕਿਸੇ ਨੂੰ ਗਿਫਟ ਕੀ ਦੇਣੇ ਆ? ਇਲਾਕੇ ਦੇ ਲੋਕ ਆ, ਪਿੰਡ ਦੇ ਲੋਕ ਆ, ਕੋਈ ਕੰਮਾਂ ਕਰਨ ਲਈ ਵਿਚਾਰੇ ਆਉਂਦੇ ਆ। ਹਰ ਕੰਮ ਅਸੀਂ ਬਰਾੜ ਸਾਹਿਬ ਨੂੰ ਤਾਂ ਕਹਿਣਾ ਨਹੀਂ, ਸਟੇਟ ਲੈਵਲ ਦੇ ਲੀਡਰ ਆ, ਆਪਣੇ ਅਦਾਰੇ ਦੇ ਚੇਅਰਮੈਨ ਆ, ਸਾਰੇ ਪੰਜਾਬ 'ਚ ਘੁੰਮਦੇ ਆ, 150 ਪਿੰਡ 'ਚ ਉਹ ਜਾਂਦੇ ਆਉਂਦੇ ਆ। ਹਰੇਕ ਕੰਮ ਬਰਾੜ ਸਾਹਿਬ ਨੂੰ ਨਹੀਂ ਕਹਿਣਾ ਹੁੰਦਾ, PA ਨੂੰ ਕਹਿਣਾ ਹੁੰਦਾ। ਕੱਲਾ ਗੁਰਮੀਤ ਨਹੀਂ PA, ਹੋਰ ਵੀ ਉਹਨਾਂ ਦੇ ਨਾਲ 2-3 ਮੁੰਡੇ ਹੈਗੇ, ਸਟਾਫ ਆ ਉਹਨਾਂ ਦਾ ਪੂਰਾ। ਹਰ ਬੰਦੇ ਨੂੰ ਜਿਹੜਾ ਫੋਨ ਲੱਗ ਜਾਵੇ ਉਸੇ ਬੰਦੇ ਨੂੰ ਅਸੀਂ ਕੰਮ ਕਹੀਦੇ। ਦੂਸਰੀ ਗੱਲ ਮੈਂ ਇੱਥੇ ਅਖੀਰ ਦੇ ਵਿੱਚ ਮੈਂ ਜ਼ਰੂਰ ਕਹਿਣੀ ਚਾਹੂੰਗਾ, ਸਾਰੀ ਪ੍ਰਾਪਰਟੀ ਦਾ 2 ਭਰਾ ਆ ਅਸੀਂ, ਸਾਰੀ ਪ੍ਰਾਪਰਟੀ ਦਾ ਹੱਥ ਖੜਾ ਕਰਕੇ ਪੰਚਾਇਤ ਦੇ ਵਿੱਚ ਮੈਂ ਕਿਹਾ ਵੀ ਮੈਨੂੰ ਤੀਜਾ ਹਿੱਸਾ ਦਿਓ। ਔਰ ਮੈਂ ਇਹ ਗੱਲ ਵੀ ਕਹੀ ਸੀ, ਇੱਥੇ ਵਸੀਕਾ ਨਵੀਸ ਆ, ਇੱਥੇ ਉਹਨੂੰ ਚਾਹੇ ਪੁੱਛ ਲਓ, ਜਦੋਂ ਲਿਖਦੇ ਸੀਗੇ ਮੈਂ ਇਹ ਕਹੀ ਸੀ, ਇਹ ਸਾਰੀ ਪ੍ਰਾਪਰਟੀ ਆ। ਜਦੋਂ ਮੇਰਾ ਫਾਦਰ ਅੱਖਾਂ ਮੀਚ ਗਿਆ,
ਉਹ ਪੂਰਾ ਹੋ ਗਿਆ, ਨਵਤੇਜ ਸਿੰਘ ਉਸ ਜ਼ਮੀਨ ਤੇ ਮੁੜ ਕੇ ਵੀ ਕੋਈ ਕਲੇਮ ਨਹੀਂ ਕਰੂਗਾ। ਜਿਹੜੀ ਜ਼ਮੀਨ ਤੀਜੇ ਹਿੱਸੇ ਦੀ ਅੱਜ ਲੈ ਲਈ, ਉਹ ਜਿਹੜੀ ਜ਼ਮੀਨ ਹੈ ਹਰਤੇਜ ਸਿੰਘ ਨੂੰ ਦਵੇ, ਜੋ ਮਰਜ਼ੀ ਕਰੇ, ਹਰਤੇਜ ਸਿੰਘ ਦੇ ਨਾਲ ਰਹਿੰਦਾ, ਜੋ ਮਰਜ਼ੀ ਕਰੇ, ਉਹ ਮੈਂ ਬਿਲਕੁਲ ਵੀ ਉਹ ਪ੍ਰਾਪਰਟੀ ਮੇਰਾ ਬਿਲਕੁਲ ਹੱਕਦਾਰ ਨਹੀਂ ਹੋਊਗਾ। ਜੇ ਮੇਰਾ ਇਹ ਹੱਕ ਖੋਣਗੇ, ਕਾਨੂੰਨੀ ਲੜਾਈ ਵੀ ਲੜੂੰਗਾ, ਹਰ ਤਰ੍ਹਾਂ ਦੀ ਲੜਾਈ ਲੜੂੰਗਾ। ਮਰਦਾ ਬੰਦਾ ਸਭ ਕੁਝ ਕਰਦਾ ਆ, ਮੈਨੂੰ ਤੰਗ ਕਰਦੇ ਆ, ਕ੍ਰਿਮੀਨਲ ਬੰਦਿਆਂ ਨੂੰ ਘਰ ਦੇ ਵਿੱਚ ਲਿਆਉਂਦੇ ਆ, ਹੂਤ ਕਰਦੇ ਆ, ਸ਼ਰਾਬਾਂ ਪੀਂਦੇ ਆ, ਗੁੰਡਾਗਰਦੀ ਕਰਦੇ ਆ। ਇਹ ਕੰਮ ਮੈਂ ਹਰਗਜ਼ ਨਹੀਂ ਕਰੂਗਾ। ਇਹਨਾਂ ਤੋਂ ਡਰਦੇ ਹੋਏ ਮੈਂ ਆਪਣੀ ਬੀਵੀ ਬੱਚੇ 1 ਸਾਲ ਤੋਂ ਬਾਹਰ ਰੱਖੇ ਆ, ਉਹਨਾਂ ਦੇ ਪੇਕਿਆਂ ਦੇ ਰਹਿੰਦੇ, ਮੇਰੇ ਸਹੁਰਿਆਂ ਦੇ, ਸਿਰਫ ਇਹਨਾਂ ਤੋਂ ਡਰਦੇ ਨੇ ਐਵੇਂ ਕੋਈ ਨਾ ਕੋਈ ਅਣਸੁਖਾਵੀ ਕੋਈ ਘਟਨਾ ਹੋ ਸਕਦੀ ਆ। ਕੋਈ ਵੀ ਯਾਰ ਦੋਸਤ ਮੈਨੂੰ ਮਿਲਣ ਜਾਂਦਾ, ਮੇਰੇ ਬੱਚੇ ਦੀ, ਮੇਰੇ ਲੜਕੇ ਦੀ ਡੈਥ ਹੋ ਗਈ ਸੀ, ਲੋਕ ਅਫਸੋਸ ਕਰਨ ਮੇਰੇ ਕੋਲ ਜਾਂਦੇ ਸੀ, ਮੇਰਾ ਫਾਦਰ ਉਹਨਾਂ ਨੂੰ ਗਾਲਾਂ ਕੱਢਦਾ ਸੀ। 4 ਗਵਾਹ ਮੈਂ ਪਿੰਡ ਦੇ ਮੋਹਤਵਰ ਬੰਦੇ ਪਿੰਡ ਦੇ ਭੁਗਤਾ ਦਿੰਦਾ ਇਸ ਗੱਲ ਦੇ ਲਈ। ਮੈਂ ਸੱਚਾ ਆ, ਔਰ ਸੱਚੇ ਦਾ ਉੱਪਰ ਵਾਲਾ, ਆਪਾਂ ਉੱਪਰ ਵਾਲੇ ਦੀ ਜਿਹੜੀ ਹੈਗੀ ਆ ਰਜਾ ਦੇ ਵਿੱਚ ਰਹਿਣ ਵਾਲੇ ਬੰਦੇ ਆ। ਹੱਕ ਲੈਣਾ ਆ, ਹੱਕ ਲੈ ਕੇ ਰਵਾਂਗੇ। ਜਿੰਨੀਆਂ ਮਰਜ਼ੀ ਝੂਠੀਆਂ ਪ੍ਰੈਸ ਕਾਨਫਰੰਸਾਂ ਕਰ ਲੈਣ, ਜਿੰਨੇ ਮਰਜ਼ੀ ਪਰਚੇ ਦਰਜ ਕਰਾ ਲੈਣ, ਉਸ ਗੱਲ ਤੋਂ ਮੈਂ ਬਿਲਕੁਲ ਨਹੀਂ ਦਬੂੰਗਾ। ਆਪਣਾ ਹੱਕ ਲੈਣਾ, ਹੱਕ ਦੀ ਲੜਾਈ ਲੜਨੀ।